ਦੇਖ ਰਹੇ ਹੋ ਤੇ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 31 ਤਰੀਕ ਆ ਤੇ ਅੱਜ ਦਿਨ ਜਿਹੜਾ ਹੈਗਾ ਆ ਉਹ ਬੁੱਧਵਾਰ ਆ। ਸਭ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਸ਼ਹੀਦ ਆ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ, ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਿੱਖ ਕੌਮ ਦੀ ਜਿਹੜੀ ਲੱਥੀ ਹੋਈ ਪੱਗ ਆ ਉਹ ਅੱਜ 31 ਤਰੀਕ ਨੂੰ ਜਿਹੜੀ ਸਿੱਖ ਕੌਮ ਦੇ ਸਿਰ 'ਤੇ ਰੱਖੀ ਸੀ। ਜੀ ਬਿਲਕੁਲ ਜੀ, ਭਾਜੀ ਮੋੜੀ ਸੀਗੀ। ਸਭ ਨੂੰ ਯਾਦ ਆ ਵੀ ਜੂਨ 84 ਦੇ ਵਿੱਚ ਜਦੋਂ ਸਾਹਿਬ ਜਿਹੜੇ ਉੱਥੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਚੱਲ ਰਿਹਾ ਸੀਗਾ ਸ਼ਹੀਦੀ ਗੁਰਪੁਰਬ, ਉਸੇ ਹੀ ਸਮੇਂ ਦੇ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਆ ਭਾਰਤੀ ਹੁਕਮਰਾਨ ਉਹਨਾਂ ਦੇ ਦੁਆਰਾ, ਉਹਨਾਂ ਦੀ ਹੀ ਫੌਜ ਦੇ ਦੁਆਰਾ ਆਪਣੇ ਹੀ ਜਿਹੜੇ ਨਾਗਰਿਕਾਂ ਦੇ ਉੱਤੇ ਜਿਹੜਾ ਆ ਹਮਲਾ ਕਰਵਾਇਆ ਗਿਆ ਸੀ ਟੈਂਕਾਂ ਤੋਪਾਂ ਦੇ ਨਾਲ। ਅਤੇ ਇਹ ਉਸ ਟਾਈਮ ਦੇ ਉੱਤੇ ਜਿਹੜੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਉਸੇ ਜਿਹੜੀ ਆ ਪਾਪੜ ਗਾਂਧੀ ਆ ਉਸ ਦੇ ਬਾਡੀਗਾਰਡ ਵੀ ਸੀਗੇ। ਪਰ ਜਦ ਉਹਨਾਂ ਨੇ ਉਹ ਦੇਖਿਆ ਵੀ ਜਿਹੜਾ ਜਦੋਂ ਅਕਾਲ ਤਖ਼ਤ ਸਾਹਿਬ ਦਾ ਜੋ ਹਸ਼ਰ ਇਹਨਾਂ ਹੁਕਮਰਾਨਾਂ ਨੇ ਕੀਤਾ ਆ, ਤਾਂ ਉਦੋਂ ਤੋਂ ਹੀ ਫਿਰ ਉਹਨਾਂ ਦੇ ਮਨ ਦੇ ਵਿੱਚ ਇਸ ਚੀਜ਼ ਦੇ ਪ੍ਰਤੀ, ਇਸ ਔਰਤ ਦੇ ਪ੍ਰਤੀ ਜਿਹੜੀ ਆ ਕਾਫੀ ਘਿਣ ਸੀਗੀ। ਅਤੇ ਉਹਨਾਂ ਨੇ ਫਿਰ ਜਿਹੜਾ ਸਿੱਖ ਕੌਮ ਦਾ ਜਿਹੜਾ ਬਦਲਾ ਆ ਪੂਰੀ ਸਿੱਖ ਕੌਮ ਦੇ ਲਈ ਜਿਹੜਾ ਆ 31 ਅਕਤੂਬਰ ਨੂੰ ਜਿਹੜਾ ਆ ਉਹ ਲਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਦੇਖਿਆ ਗਿਆ ਵੀ ਕਿਸ ਤਰੀਕੇ ਦੇ ਨਾਲ ਸਿੱਖਾਂ ਦਾ ਜਿਹੜਾ ਆ ਕਤਲੇਆਮ ਜਿਹੜਾ ਬਾਅਦ ਦੇ ਵਿੱਚ ਹੋਇਆ ਪੂਰੇ ਜਿਹੜਾ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਬਹੁਤਾਤ ਦੇ ਵਿੱਚ, ਦਿੱਲੀ ਦੇ ਵਿੱਚ ਜਿਹੜੀਆਂ ਖਬਰਾਂ ਆਉਂਦੀਆਂ ਰਹੀਆਂ। ਪਰ ਇਸ ਦੇ ਨਾਲ ਨਾਲ ਹੋਰ ਕਈ ਥਾਵਾਂ ਦੇ ਉੱਤੇ ਕੋਈ ਟ੍ਰੇਨ 'ਚ ਜਾ ਰਿਹਾ, ਕੋਈ ਹੋਰ ਛੋਟੇ-ਮੋਟੇ ਪਿੰਡਾਂ ਦੇ ਵਿੱਚ ਜਿਹੜਾ ਆ ਉਦੋਂ ਉੱਥੇ ਹਮਲਾ ਕੀਤਾ ਗਿਆ। ਜੀ ਬਿਲਕੁਲ, ਅੱਜ ਦੇ ਬਹੁਤੇ ਪ੍ਰੋਗਰਾਮ ਸਾਡੇ ਇਸੇ ਰਿਲੇਟਡ ਹੋਣਗੇ। ਅਤੇ ਅੱਜ ਆਈਏ ਆਪਾਂ ਅਪਡੇਟ ਅਮਰੀਕਾ ਵੱਲ, ਜੋ ਕੁਝ ਸਾਡੇ ਮੁਲਕ 'ਚ ਜਾਂ ਸਾਡੇ ਗੁਆਂਢੀ ਮੁਲਕ 'ਚ ਵਾਪਰਿਆ। ਸਭ ਤੋਂ ਪਹਿਲੀ ਖਬਰ ਵੱਧ ਆਈਏ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਗੇ ਆ, ਉਹ ਜਿਹੜੀ ਸ਼ੂਟਿੰਗ ਹੋਈ ਸੀ ਇੱਕ ਸਿਨਾਗੋਗ ਦੇ ਵਿੱਚ ਜਿਹਦੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ, ਉੱਥੇ ਕੱਲ੍ਹ ਜਿਹੜੇ ਆ ਉਹ ਗਏ ਹੈਗੇ ਆ। ਅਤੇ ਬਹੁਤ ਸਾਰੇ ਜਿਹੜੇ ਲੀਡਰ ਨਹੀਂ ਗਏ, ਉਹਨਾਂ ਨੂੰ ਉੱਥੇ ਦੇ ਜਿਹੜਾ ਮੇਅਰ ਆ ਉਹਨਾਂ ਨੇ ਵੀ ਕਿਹਾ ਸੀ ਵੀ ਨਾ ਆਇਓ। ਅਤੇ ਪ੍ਰੋਟੈਸਟ ਵਗੈਰਾ ਵੀ ਕਾਫੀ ਹੋਏ ਆ। ਅਤੇ ਉਹਨਾਂ ਦੀ ਜਿਹੜੀ ਡਾਟਰ ਅਤੇ ਉਹਨਾਂ ਦਾ ਜਿਹੜਾ ਜਵਾਈ ਆ ਉਹ ਵੀ ਜਿਹੜੇ ਆ ਉੱਥੇ ਜਿਹੜਾ ਪਹਿਲਾ ਫਿਊਨਰਲ ਸੀ ਉਹਦੇ ਵਿੱਚ ਹਾਜ਼ਰ ਹੋਣ ਦੇ ਲਈ ਗਏ। ਬਿਲਕੁਲ, ਉੱਥੋਂ ਦੇ ਜਿਹੜੇ ਲੋਕਾਂ ਨੇ ਖਾਸ ਕਰਕੇ ਜਿਹੜਾ ਰਾਸ਼ਟਰਪਤੀ ਟਰੰਪ ਨੂੰ ਕਿਹਾ ਵੀ ਤੁਸੀਂ ਉੱਥੇ ਨਾ ਆਓ। ਅਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਵੀ ਜਿਹੜਾ ਤੁਸੀਂ ਮਾਈਨੋਰਟੀਜ਼ ਦੇ ਖਿਲਾਫ, ਇਮੀਗਰੈਂਟਸ ਦੇ ਖਿਲਾਫ ਜਿਹੜਾ ਬਾਰ-ਬਾਰ ਜਿਸ ਹਿਸਾਬ ਦੇ ਨਾਲ ਬੋਲ ਰਹੇ ਆ ਵੀ ਕਿਰਪਾ ਕਰਕੇ ਉਸ ਨੂੰ ਤੁਸੀਂ ਜਿਹੜਾ ਟੋਨ ਡਾਊਨ ਕਰੋ। ਅਤੇ ਉਹਨਾਂ ਨੇ ਅਨਵੈਲਕਮ ਕੀਤਾ। ਹਜ਼ਾਰਾਂ ਹੀ ਲੋਕਾਂ ਨੇ ਉੱਥੋਂ ਦੇ ਇੱਕ ਪਟੀਸ਼ਨ ਦੇ ਉੱਤੇ ਜਿਹੜੇ ਸਾਈਨ ਵੀ ਕੀਤੇ। ਅਤੇ ਜਿੱਦਾਂ ਕੱਲ੍ਹ ਵੀ ਆਪਾਂ ਦੱਸ ਰਹੇ ਸੀ, ਕਈ ਜਿਹੜੇ ਆ ਵੱਡੇ ਲੀਡਰ ਰਿਪਬਲਿਕਨ ਅਤੇ ਡੈਮੋਕਰੇਟਸ ਦੋਨਾਂ ਹੀ ਪਾਰਟੀਆਂ ਵੱਲੋਂ ਉਹਨਾਂ ਨੇ ਰਾਸ਼ਟਰਪਤੀ ਦੇ ਨਾਲ ਜਾਣ ਤੋਂ ਜਿਹੜਾ ਆ ਉਹ ਮਨ੍ਹਾ ਕਰ ਦਿੱਤਾ ਸੀਗਾ। ਅਤੇ ਹੁਣ ਕੁਛ ਕੁ ਜਿਹੜੇ ਆ ਕੱਲ੍ਹ ਹੋਏ ਸੀ ਫਿਊਨਰਲ, ਕੁਛ ਅੱਜ ਆ। ਸੋ ਇਸੇ ਸਿਲਸਿਲੇ ਨਾਲ ਕਹਿੰਦੇ ਫਰਾਈਡੇ ਤੱਕ ਇੱਦਾਂ ਹੀ ਵੱਖ-ਵੱਖ ਇਹ 11 ਜਿਹੜੇ ਲੋਕ ਮਾਰੇ ਗਏ ਸੀਗੇ ਇਸ ਹਮਲੇ ਦੇ ਵਿੱਚ, ਤਾਂ ਉਹਨਾਂ ਦੇ ਜਿਹੜੇ ਫਿਊਨਰਲਸ ਆ ਉਹ ਜਿਹੜੇ ਉਹ ਹੋਣਗੇ। ਸੋ ਬਹੁਤ ਹੀ ਜਿਹੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਅਤੇ ਹਰਜੋਤ ਸਿੰਘ ਜੀ, ਇੱਕ ਚੀਜ਼ ਬੜੀ ਅਫਸੋਸ ਦੇ ਨਾਲ ਹੁੰਦੀ ਆ ਵੀ ਜਦੋਂ ਕੋਈ ਵੀ ਇੱਦਾਂ ਦੀ ਜਿਹੜੀ ਇਹ ਘਟਨਾ ਕਰਦਾ, ਖਾਸ ਕਰਕੇ ਜੇ ਉਹ ਵਾਈਟ ਹੁੰਦਾ ਆ, ਜਿੱਦਾਂ ਕਹਿ ਲਓ ਵੀ ਉਸ ਦੇ ਉੱਤੇ ਕਦੀ ਵੀ ਉਸ ਦੇ ਨਾਮ ਦੇ ਨਾਲ ਵੀ ਜਾਂ ਕਦੀ ਵੀ ਇੱਦਾਂ ਦੀ ਚੀਜ਼ ਨਹੀਂ ਉਦੋਂ ਸੁਣਨ ਨੂੰ ਮਿਲਦੀ ਵੀ ਇਸਨੇ ਅੱਤਵਾਦ ਫੈਲਾਇਆ ਜਾਂ ਇਹ ਕੀਤਾ ਜਾਂ ਉਹ ਕੀਤਾ। ਉਹ ਚੀਜ਼ ਜਿਹੜੀ ਆ ਇੱਥੇ ਦਾ, ਫਿਰ ਚਾਹੇ ਉਹ ਲੈਫਟ ਮੀਡੀਆ ਹੈ ਅਤੇ ਫਿਰ ਚਾਹੇ ਉਹ ਰਾਈਟ ਮੀਡੀਆ ਆ, ਉਹ ਇਸ ਚੀਜ਼ ਨੂੰ ਬਹੁਤ ਬੜੇ ਸੁਚੱਜੇ ਢੰਗ ਦੇ ਨਾਲ ਢੱਕ ਜਾਂਦਾ ਆ ਵੀ ਇਹਨਾਂ ਨੇ ਜਿਹੜਾ ਇਹ ਡੋਮੈਸਟਿਕ ਟੈਰਰਿਜ਼ਮ ਜਿਹੜਾ ਆ ਉਹ ਫੈਲਾਇਆ, ਚਾਹੇ ਉਹ ਬੰਬ ਘੱਲਣ ਵਾਲਾ ਹੋਵੇ ਅਤੇ ਚਾਹੇ ਇਹ ਇੱਥੇ ਜਿਊਜ਼ ਦੇ ਉੱਤੇ ਗੋਲੀਬਾਰੀ ਕਰਨ ਵਾਲਾ ਹੋਵੇ। ਅਤੇ ਦੂਸਰੇ ਪਾਸੇ ਬਹੁਤ ਹੀ ਇੱਕ ਵਧੀਆ ਖਬਰ ਆ ਰਹੀ ਆ, ਕਹਿੰਦੇ ਵੀ ਜਿਹੜਾ ਇਹ ਬੰਦਾ ਸੀਗਾ ਜਿਹਨ ਗੋਲੀਆਂ ਚਲਾਈਆਂ ਸੀਆਂ ਅਤੇ ਜਿਨ 11 ਬੰਦੇ ਮਾਰੇ ਆ, ਕਹਿੰਦਾ ਵੀ ਮੈਂ ਯੂਜ਼ ਨੂੰ ਹੇਟ ਕਰਦਾ ਹਾਂ। ਉਹਨੂੰ ਵੀ ਬਹੁਤ ਵਾਰੀ ਜਿਹੜੀਆਂ ਉਹਦੇ ਗੋਲੀਆਂ ਵੱਜੀਆਂ ਸੀਆਂ ਪੁਲਿਸ ਵੱਲੋਂ ਉਹਨੂੰ ਹੈਂਡਲ ਕਰਨ ਦੇ ਲਈ। ਅਤੇ ਜਦੋਂ ਉਹਦਾ ਇਲਾਜ ਅਲੈਗਨੀ ਜਨਰਲ ਹੌਸਪੀਟਲ 'ਚ ਕੀਤਾ ਗਿਆ ਤਾਂ ਉਹਦਾ ਜਿਹੜਾ ਮੇਨ ਡਾਕਟਰ ਸੀ ਉਹ ਜੀਊ ਸੀ, ਜਿਹਦਾ ਨਾਂ ਜੈਫ ਕੋਹਨ ਕਰਕੇ ਦੱਸਿਆ ਗਿਆ ਆ। ਅਤੇ ਉਹਦੀ ਇੰਟਰਵਿਊ ਹੋਈ ਆ, ਉਹਨੇ ਦੱਸਿਆ ਵੀ ਮੇਰੇ ਨਾਲ ਬਹੁਤ ਸਾਰੇ ਜਿਹੜੇ ਹੋਰ ਮੇਰੇ ਕੋ-ਵਰਕਰ ਆ ਉਹ ਵੀ ਯੂਜ਼ ਹੈਗੇ ਆ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੀ ਕਮਿਊਨਿਟੀ ਦੇ ਬੰਦਿਆਂ ਨੂੰ ਮਾਰਿਆ
ਮਾਰਿਆ ਸ਼ਰੇਆਮ, ਜਿਹੜੇ ਨਿਹੱਥੇ ਸੀ, ਅਤੇ ਤੁਸੀਂ ਇਲਾਜ ਕਰ ਰਹੇ ਹੋ। ਕਹਿੰਦੇ ਭਈ ਮੇਰੀ ਜੋਬ ਜਿਹੜੀ ਆ ਉਹਨੂੰ ਜੱਜ ਕਰਨ ਦੀ ਨਹੀਂ ਹੈ, ਮੇਰੀ ਜੋਬ ਆ ਉਹਨੂੰ ਉਹ ਕੇਅਰ ਕਿਸ ਤਰ੍ਹਾਂ ਕਰਨਾ ਆ। ਸੋ ਇਹ ਜਿਹੜੇ ਡਾਕਟਰ ਆ ਉਹਦੇ ਵੱਲੋਂ ਇਹ ਕਿਹਾ ਗਿਆ, ਕਹਿੰਦਾ ਮਾਈ ਜੋਬ ਇਜ਼ ਨਾਟ ਟੂ ਜੱਜ ਹਿਮ, ਮਾਈ ਜੋਬ ਇਜ਼ ਟੂ ਕੇਅਰ ਫॉर ਹਿਮ। ਇਹ ਜਿਹੜਾ ਯੂਸ਼ ਡਾਕਟਰ ਆ ਇਹ ਉਸਨੇ ਦਿੱਤੀ ਆ। ਦੇਖੋ ਭਈ ਇਨਸਾਨੀਅਤ ਹੈਗੀ ਆ। ਜਦੋਂ ਨਵੰਬਰ ਦੇ ਪਹਿਲੇ ਹਫ਼ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਕਹਿੰਦੇ ਭਈ ਹਸਪਤਾਲਾਂ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੇ ਡੋਰ ਨੂੰ ਲਾਤੇ ਸੀ ਵੀ ਕੋਈ ਵੀ ਜਿਹੜਾ ਫੱਟੜ ਹੈਗਾ ਉਹਨੂੰ ਹਸਪਤਾਲ 'ਚ ਨਾ ਦਾਖਲ ਕੀਤਾ ਜਾਵੇ। ਸੋ ਇਹ ਬਿਲਕੁਲ ਡਾਕੂਮੈਂਟਡ ਸਾਰੇ ਰੈਕਰਡਸ ਹੈਗੇ ਆ। ਸੋ ਆਹ ਕੁਝ ਜਿਹੜਾ ਆ ਇਨਸਾਨੀਅਤ ਦੇ ਵਿੱਚ ਫਰਕ ਦਿਸਦਾ ਆਪਾਂ ਨੂੰ। ਜੀ ਜੀ ਬਿਲਕੁਲ। ਸੋ ਇਹ ਕਾਫੀ ਜਿਹੜਾ ਆ ਉਹ ਉੱਥੇ ਸਿਚੁਏਸ਼ਨ ਜਿਹੜੀ ਆ ਉਹ ਹੋਈ ਆ। ਸੋ ਬਿਲਕੁਲ ਲੋਕ ਜਿਹੜੇ ਅਜੇ ਵੀ ਇਹੀ ਨਹੀਂ, ਇੱਕ ਹੋਰ ਜਿਹੜੀ ਖਬਰ ਆ ਰਹੀ ਸੀ ਉੱਥੇ ਕਹਿੰਦੇ ਵੀ ਉੱਥੇ ਦੇ ਮੁਸਲਿਮ ਭਾਈਚਾਰੇ ਨੇ ਵੀ ਕਾਫੀ ਜਿਹੜੇ ਆ ਜਿਊਜ਼ ਦੀ ਮਦਦ ਦੇ ਲਈ ਉੱਥੇ ਪੈਸੇ ਇਕੱਤਰ ਕੀਤੇ ਆ, ਕਿਉਂਕਿ ਅਕਸਰ ਜਿਹੜੇ ਆ ਜਦੋਂ ਜੈਰੂਸਲਮ ਦੀ ਗੱਲ ਆਉਂਦੀ ਆ, ਉੱਥੇ ਮਿਡਲ ਈਸਟ ਦੀ ਗੱਲ ਆਉਂਦੀ ਹੈ, ਅਤੇ ਇਹ ਆਪਸੀ ਜਿਹੜੇ ਇੱਕ ਕੱਟੜ ਦੁਸ਼ਮਣ ਜਿਹੜੀਆਂ ਜਮਾਤਾਂ ਆ ਦੇਖੀਆਂ ਜਾਂਦੀਆਂ ਹੈ ਆਪਸ ਦੇ ਵਿੱਚ, ਪਰ ਇੱਥੇ ਉਹਨਾਂ ਨੇ ਜਿਹੜੀ ਆ ਕਾਫੀ ਜਿਹੜੀ ਆ ਮਦਦ ਕੀਤੀ ਆ। ਜੀ ਬਿਲਕੁਲ। ਸੋ ਆਪਾਂ ਇੱਕ ਦਿਨ ਅੱਗੇ ਵੀ ਖਬਰ ਕੀਤੀ ਸੀ ਵੀ ਕਾਫੀ ਇੱਕ ਗੁਰੂ ਘਰ ਨੇ ਜਿਹੜਾ ਇਹਨਾਂ ਦੀ ਯਾਦ ਦੇ ਵਿੱਚ ਕੀਤਾ ਸੀ। ਹੁਣ ਕਾਫੀ ਖਬਰਾਂ ਆ ਰਹੀਆਂ ਹੋਰ ਗੁਰੂ ਘਰ ਵੀ ਜਿਹੜੇ ਆ ਅਰਦਾਸ ਕਰ ਰਹੇ ਆ ਇਹਨਾਂ ਜਿਹੜੇ ਲੋਕ ਮਾਰੇ ਗਏ ਨੇ, ਹੱਥੇ ਮਾਰੇ ਗਏ ਆ ਇੱਕ ਸਦਾਈ ਦੇ ਹੱਥੋਂ। ਜੀ ਇਹ ਅੱਤਵਾਦੀ ਕਹਿਣਾ ਚਾਹੀਦਾ, ਸਦਾਈ ਇਹਦੇ ਵਿੱਚ ਕੋਈ ਨਹੀਂ ਆ। ਉਹ ਸ਼ੁਰੂ ਤੋਂ ਹੀ ਉਹਨਾਂ ਨੂੰ ਉਹ ਹੇਟ ਕਰਦਾ ਸੀ ਅਤੇ ਉਸ ਨੇ ਬਿਲਕੁਲ ਇਹ ਸੋਚ ਸਮਝ ਕੇ ਕੀਤਾ। ਕੋਈ ਇਹ ਨਹੀਂ ਆ ਵੀ ਉਹਦਾ ਮੈਂਟਲੀ ਅਨਬੈਲੈਂਸ ਸੀਗਾ ਕੋਈ। ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ। ਇਮੀਗ੍ਰੇਸ਼ਨ ਦੀਆਂ ਵੀ ਅੱਜ ਆਪਾਂ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ। ਕੀ ਜਿਹੜਾ ਆ ਖਾਸ ਕਰਕੇ ਜਿਹੜਾ ਬਰਥ ਰਾਈਟ ਨੂੰ ਲੈ ਕੇ ਇਸ ਟਾਈਮ ਨਵਾਂ ਰੌਲਾ ਜਿਹੜਾ ਆ ਸਿੱਕੇ ਟੰਗਣ ਦੀ ਗੱਲ ਕਰ ਰਹੇ ਆ ਡੋਨਲਡ ਟਰੰਪ, ਉਸ ਦੇ ਬਾਰੇ ਗੱਲਬਾਤ ਕਰਾਂਗੇ, ਅਤੇ ਬਾਕੀ ਕੀ ਵੀਜ਼ਾ ਬੁਲੇਟਿਨ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਇੱਕ ਜਿਹੜੀ ਆ ਮਾੜੀ ਖਬਰ ਹੋਰ ਆ ਰਹੀ ਆ। 24 ਸਾਲਾਂ ਦੀ ਜਿਹੜੀ ਇੱਕ ਔਰਤ ਆ ਉਸ ਨੂੰ ਚਾਰਜ ਕੀਤਾ ਗਿਆ ਆ ਆਪਣੇ ਹੀ 3 ਭੈਣ ਭਰਾਵਾਂ ਦੇ ਜਿਹੜੇ ਆ ਡੈਥ ਦੇ ਜਿਹੜੇ ਆ ਕੇਸ ਦੇ ਵਿੱਚ। ਇੰਡੀਆਨਾ ਦੇ ਇੱਕ ਬੱਸ ਸਟਾਪ ਦੇ ਉੱਤੇ ਇਹ ਹਾਦਸਾ ਜਿਹੜਾ ਵਾਪਰਿਆ ਆ। 9 ਸਾਲਾਂ ਦੀ ਕੁੜੀ ਅਤੇ ਨਾਲ ਉਹਦੇ ਜਿਹੜੇ ਆ 6 ਸਾਲਾਂ ਦੇ ਟਵਿਨ ਬ੍ਰਦਰਸ ਆ, ਉਹ ਇੱਕ ਪਿਕਅਪ ਟਰੱਕ ਦੇ ਨਾਲ ਜਿਹੜੇ ਆ ਉਹ ਵੱਜ ਕੇ ਜਿਹੜਾ ਐਕਸੀਡੈਂਟ ਹੋਇਆ ਨਾਰਦਰਨ ਇੰਡੀਆਨਾ ਦੇ ਵਿੱਚ। ਇਹ ਜਿਹੜੀ ਖਬਰ ਆ ਰਹੀ ਆ, ਬੱਸ ਸਕੂਲ ਬੱਸ ਤੋਂ ਜਿਹੜੇ ਉਹ ਜਾ ਰਹੇ ਸੀਗੇ ਤਾਂ ਉਦੋਂ ਜਿਹੜੀ ਇਹ ਘਟਨਾ ਵਾਪਰੀ ਆ, ਅਤੇ ਜਿਸ ਨੇ ਇਹ ਪਿਕਅਪ ਟਰੱਕ ਮਾਰਿਆ ਹੁਣ ਉਸ ਦੇ ਉੱਤੇ ਜਿਹੜੇ ਚਾਰਜਸ ਆ ਉਹ ਲਾਏ ਗਏ ਨੇ। ਹੁਣ ਇਹ ਨਹੀਂ ਪਤਾ ਵੀ ਉਸਨੇ ਜਾਣ ਬੁੱਝ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ ਜਾਂ ਉਹਦੇ ਕੋਲੋਂ ਅਚਨਚੇਤੇ ਜਿਹੜੀ ਆ ਇਹ ਘਟਨਾ ਵਾਪਰ ਗਈ। ਜੀ ਅਗਲੀ ਖਬਰ ਵੱਲ ਚਲੀਏ। ਰਾਜਕਰਮਵੀਰ ਸਿੰਘ ਜੀ, ਕੁਛ ਕੁ ਹਫ਼ਤੇ ਹੋਏ ਆਪਾਂ ਖਬਰ ਸਾਂਝੀ ਕੀਤੀ ਸੀ ਜਿਹਦੇ ਵਿੱਚ USA ਦੇ ਵਿੱਚ ਬਹੁਤ ਸਾਰੇ ਜਿਹੜੇ ਇੱਦਾਂ ਦੇ ਸ਼ਹਿਰ ਆ ਉਹਨਾਂ ਬਾਰੇ ਦੱਸਿਆ ਸੀ ਵੀ ਹਜੇ ਵੀ ਜਿਹੜੇ ਉਹ ਸ਼ਹਿਰ ਆ ਉਹਨਾਂ ਦੇ ਵਿੱਚ ਅਨਐਮਪਲੋਇਮੈਂਟ ਜਿਹੜੀ ਕਾਫੀ ਜ਼ਿਆਦਾ ਹੈਗੀ ਆ, ਜਿਨ੍ਹਾਂ ਦੇ ਵਿੱਚੋਂ ਇੱਕ ਫ੍ਰਿਜ਼ਨੋ ਵੀ ਆਇਆ ਸੀ, ਬੇਕਰਸਫੀਲਡ ਵੀ ਆਇਆ ਸੀ। ਪਰ ਫ੍ਰਿਜ਼ਨੋ ਅਤੇ ਬੇਕਰਸਫੀਲਡ ਦੀ ਜਿਹੜੀ ਇਕੋਨਮੀ ਆ ਉਹਦੇ ਵਿੱਚ ਪੰਜਾਬੀਆਂ ਨੇ ਪਿਛਲੇ ਕੁਝ ਸਾਲਾਂ 'ਚ ਬਹੁਤ ਵੱਡਾ ਜਿਹੜਾ ਹਿੱਸਾ ਪਾਇਆ ਆ ਅਤੇ ਆਪਣਾ ਨਾਮ ਵੀ ਜਿਹੜਾ ਚੰਗਾ ਜਿਹੜਾ ਰੋਸ਼ਨ ਕੀਤਾ ਹੈਗਾ। ਬਿਲਕੁਲ। ਇੱਥੋਂ ਤੱਕ ਕਿ ਉੱਦਾਂ ਵੈਸੇ ਕਈ ਥਾਵਾਂ 'ਤੇ ਅਨਇੰਪਲੋਇਮੈਂਟ ਜਿੱਦਾਂ ਹੁਣ ਘਟੀ ਵੀ ਆ, ਖਾਸ ਕਰਕੇ ਜਿਹੜਾ ਹੁਣ ਉੱਥੇ ਹਾਈ ਸਪੀਡ ਰੇਲ ਦਾ ਪ੍ਰੋਜੈਕਟ ਵੀ ਆਇਆ ਉਹਦੇ ਕਰਕੇ ਉੱਦਾਂ ਅਨਇੰਪਲੋਇਮੈਂਟ ਘਟੀ ਆ। ਜਿੱਦਾਂ ਤੁਸੀਂ ਬਿਲਕੁਲ ਮੈਂ ਇਸ਼ਾਰਾ ਤੁਹਾਡਾ ਸਮਝ ਰਿਹਾ ਵੀ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਨੇ ਬੜਾ ਚੰਗਾ ਯੋਗਦਾਨ ਪਾਇਆ। ਆਪਣੇ ਲੋਕ ਜਿਹੜੇ ਵੱਖ-ਵੱਖ ਉੱਥੇ ਇਲੈਕਸ਼ਨਾਂ 'ਚ ਖੜ ਰਹੇ ਨੇ ਚੰਗੀਆਂ ਪੋਜੀਸ਼ਨਾਂ ਵਾਸਤੇ ਆ, ਜਿਹੜੇ ਹੋਰ ਪੋਲੀਟੀਸ਼ੀਅਨ ਆ ਉਹ ਉਹਨਾਂ ਦੇ ਕੋਲ ਆਉਂਦੇ ਜਾਂਦੇ ਨੇ, ਸਾਰੇ ਜਾਣੇ ਆਪਸ ਦੇ ਵਿੱਚ ਮਿਲਦੇ ਨੇ। ਪਰ ਕੁਛ ਕੁ ਜਿਹੜੇ ਅਜਿਹੇ ਮੂਰਖ ਜਿਹੜੇ ਲੋਕ ਜਿਹੜੇ ਓਵਰਨਾਈਟ ਅਮੀਰ ਬਣਨਾ ਚਾਹੁੰਦੇ ਨੇ, ਮਿਲੀਅਨੇਅਰ ਬਣਨਾ ਚਾਹੁੰਦੇ ਨੇ, ਹਰ ਇੱਕ ਨੂੰ ਬੜੀ ਇੱਥੇ ਦੌੜ ਜਿਹੜੀ ਆ ਉਹਨਾਂ ਦੇ ਵਿੱਚ ਕਈਆਂ ਦੇ ਵਿੱਚ ਜਿਹੜੀ ਲੱਗੀ ਹੋਈ ਆ ਵੀ ਬਸ ਰਾਤੋਂ ਰਾਤ ਪੈਸਾ ਜਿਹੜਾ ਆਪਾਂ ਨੂੰ ਇਕੱਠਾ ਹੋ ਜਾਵੇ। ਉਹਨਾਂ ਨੇ ਜਿਹੜਾ ਆ ਸਿੱਖ ਕੌਮ ਦਾ, ਪੰਜਾਬੀਆਂ ਦਾ ਨਾਮ ਜਿਹੜਾ ਉਹ ਬਦਨਾਮ ਵੀ ਕੀਤਾ ਹੈ। ਬਿਲਕੁਲ। ਪਿੱਛੇ ਜਿਹੇ ਜਿਹੜਾ ਆ ਇੱਕ ਫ੍ਰਿਜ਼ਨੋ ਦਾ ਨੌਜਵਾਨ ਮੁੰਡਾ ਤੇ ਨਾਲ ਉਹਦੀ ਵਾਈਫ ਜਿਹੜੇ ਆ ਕੈਨੇਡਾ ਦੇ ਬਾਰਡਰ ਤੇ ਫੜੇ ਗਏ ਸੀ, ਕਾਫੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਡਰੱਗ ਨੂੰ ਲੰਘਾਉਂਦੇ ਹੋਏ। ਉਹ ਤੋਂ ਬਾਅਦ ਜਿਹੜੇ ਉਹਨਾਂ ਦੇ ਪਿੰਡ ਦੇ ਬਹੁਤ ਸਾਰੇ ਲੋਕ ਜਿਹੜੇ ਫ੍ਰਿਜ਼ਨੋ 'ਚ ਰਹਿੰਦੇ ਜਾਂ ਪੂਰੇ USA 'ਚ ਰਹਿੰਦੇ, ਉਹਨਾਂ ਨੇ ਆਫੀਸ਼ੀਅਲੀ ਵੀ ਕਿਹਾ ਸੀ ਵੀ
ਅਸੀਂ ਉਹਦਾ ਬਾਈਕਾਟ ਕਰਾਂਗੇ। ਹੁਣ ਗੱਲ ਕੀ ਆ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਜਾ ਰਹੇ ਆ, ਪਰ ਕੁਛ ਕੁ ਜਿਹੜੇ ਇੱਦਾਂ ਦੇ ਮਾੜੇ ਅਨਸਰ ਹੈਗੇ ਆ ਉਹ ਪੂਰੀ ਜਿਹੜੀ ਆ ਕੌਮ ਆ ਉਹਨੂੰ ਬਦਨਾਮ ਕਰ ਰਹੇ ਆ, ਸਿੱਖੀ ਨੂੰ ਬਦਨਾਮ ਕਰ ਰਹੇ ਆ, ਪੰਜਾਬੀ ਨੂੰ ਬਦਨਾਮ ਕਰ ਰਹੇ ਆ, ਤੇ ਨਾਲ ਉਸ ਇੰਡਸਟਰੀ ਨੂੰ ਬਦਨਾਮ ਕਰ ਰਹੇ ਹੈਗੇ ਆ ਜਿਹੜੇ ਇਮਾਨਦਾਰੀ ਨਾਲ ਬੰਦੇ ਕੰਮ ਕਰਦੇ ਆ। ਤੇ ਹੁਣ ਕੱਲ੍ਹ ਬੇਕਰਸਫੀਲਡ ਦਾ ਇੱਕ ਜਿਹੜਾ 22 ਸਾਲਾਂ ਦਾ ਨੌਜਵਾਨ ਕਹਿੰਦੇ ਆ ਰਵਿੰਦਰ ਕਲੇਰ, ਇੰਡੀਆਨਾ ਦੇ ਵਿੱਚ ਇੰਡੀਅਨ ਐਪਲਸ ਦੇ ਬਾਰਡਰ ਉੱਥੇ 300 ਪੌਂਡ ਕੋਕੀਨ ਤੇ ਮੈਥ ਵਰਗੀਆਂ ਜਿਹੜੀਆਂ ਕਹਿੰਦੇ ਨਸ਼ਿਆਂ ਦੀ ਖੇਪ ਆ ਉਹਦੇ ਨਾਲ ਫੜਿਆ ਗਿਆ। ਬਿਲਕੁਲ $5 ਮਿਲੀਅਨ ਦੇ ਜਿਹੜੇ ਇਹ ਕੋਕੇਨ ਤੇ ਮੈਥ ਜਿਹੜੀ ਆ ਉਹਦੇ ਟਰੱਕ ਦੇ ਵਿੱਚੋਂ ਕਹਿੰਦੇ ਆ ਉਹ ਲੱਭੀ ਗਈ। ਸਕੇਲਸ ਦੇ ਉੱਤੇ ਕਹਿੰਦੇ 1 ਮਾਈਲ ਮਾਰਕਰ ਦੇ ਉੱਤੇ ਸੀਗਾ, ਅਤੇ ਜਦ ਟਰੂਪਰ ਨੇ ਕਹਿੰਦੇ ਉਸ ਨੂੰ ਉੱਥੇ ਪੁੱਲ ਓਵਰ ਕੀਤਾ, ਉੱਦਾਂ ਜਦੋਂ ਪੁਲਿਸ ਨੇ ਉਸ ਨੂੰ ਪੁੱਛਿਆ ਵੀ ਤੇਰੇ ਉਹਨਾਂ ਨੇ ਟਰੱਕ ਦੀ ਤਲਾਸ਼ੀ ਲੈਣੀ ਆ, ਉਹ ਮੰਨਤਾ ਗਿਆ। ਅਤੇ ਜਦੋਂ ਉਹ ਤਲਾਸ਼ੀ ਕਰ ਰਹੇ ਸੀ ਤਾਂ ਫਿਰ ਪੁਲਿਸ ਨੂੰ ਉਸ ਦੇ ਵਿੱਚੋਂ 220 ਪਾਊਂਡ ਕੋਕੇਨ ਅਤੇ 65 ਪਾਊਂਡ ਮੈਥ ਜਿਹੜੀ ਆ ਉਹਦੇ ਸੈਮੀ ਟਰੱਕ ਦੇ ਵਿੱਚੋਂ ਜਿਹੜੀ ਆ ਉਹ ਲੱਭੀ ਆ। 22 ਸਾਲ ਇਸ ਦੀ ਮਹਿਜ ਜਿਹੜੀ ਆ ਉਮਰ ਦੱਸੀ ਜਾਂਦੀ ਹੈ। ਕਹਿੰਦੇ ਕੈਲੀਫੋਰਨੀਆ ਤੋਂ ਓਹਾਇਓ ਵੱਲ ਨੂੰ ਉਹ ਆਪਣਾ ਟਰੱਕ ਜਿਹੜਾ ਉਹ ਲੈ ਕੇ ਜਾ ਰਿਹਾ ਸੀਗਾ। ਹੁਣ ਕਲੇਰ ਰਵਿੰਦਰ ਜਿਹੜਾ ਕਲੇਰ ਨਾਂ ਦਾ ਬੰਦਾ ਆ, ਇਸ ਦੇ ਉੱਤੇ ਜਿਹੜੇ ਨਾਰਕੋਟਿਕਸ ਡੀਲਿੰਗ ਨਾਰਕੋਟਿਕਸ ਅਤੇ ਪੋਜੈਸ਼ਨ ਆਫ ਨਾਰਕੋਟਿਕਸ ਦੇ ਜਿਹੜੇ ਆ ਉਹ ਚਾਰਜਿਸ ਜਿਹੜੇ ਆ ਉਹ ਲਾਏ ਜਾਣਗੇ। ਦੇਖੋ ਇੱਕ ਜਾਣੇ ਦੀ ਹੁਣ ਇਹ ਨਹੀਂ ਪਤਾ ਵੀ ਇਸ ਦੇ ਪਿੱਛੇ ਇਹਦੇ ਮਨ ਦੇ ਵਿੱਚ ਕੀ ਮਨਸ਼ਾ ਜਿਹੜੀ ਚੱਲ ਰਹੀ ਸੀ। ਕੋਈ ਅਜਿਹਾ ਇਹਦਾ ਕੋਈ ਇਹ ਵੀ ਨਹੀਂ ਸੁਣਨ ਨੂੰ ਆਇਆ ਵੀ ਕਿਹਾ ਹੋਵੇ ਵੀ ਜਾਣ ਬੁੱਝ ਕੇ ਕਿਸੇ ਨੇ ਰੱਖਿਆ ਹੋਵੇ। ਅਜੇ ਤੱਕ ਇਹ ਗੱਲ ਜਿਹੜੀ ਸੁਣਨ ਨੂੰ ਮਿਲੀ ਨਹੀਂ ਆ। ਸੋ ਪੁਲਿਸ ਨੇ ਇਸ ਨੂੰ ਕਥਿਤ ਦੋਸ਼ੀ ਹੋਣ ਦੇ ਨਾਤੇ ਜਿਹੜਾ ਆ ਉਸ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਆ, ਅਤੇ ਇਸ ਟਾਈਮ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ। ਇਹ ਬਹੁਤ ਇੱਕ ਮਾੜਾ ਜਿਹੜਾ ਚੱਲਣ ਆ ਹਰਜੋਤ ਸਿੰਘ ਜੀ। 22 ਸਾਲ ਕੀ ਉਮਰ ਹੁੰਦੀ, ਕੁਛ ਵੀ ਜਿਹੜੀ ਆ ਇਹ ਉਮਰ ਨਹੀਂ ਹੁੰਦੀ। ਬੇਸਿਕਲੀ ਉਸਨੇ ਆਪਣਾ ਜੀਵਨ ਇੱਕ ਹਿਸਾਬ ਦੇ ਨਾਲ ਨਸ਼ਟ ਕਰ ਲਿਆ। ਇਕੱਲਾ ਉਹਨੇ ਆਪਣਾ ਹੀ ਨਹੀਂ, ਉਹਦੇ ਨਾਲ ਇਰਦ ਗਿਰਦ ਜਿਹੜੇ ਪਰਿਵਾਰ ਵਾਲੇ ਆ, ਕਿੱਦਾਂ ਇੱਥੇ ਆਇਆ ਹੋਊਗਾ, ਜਾਂ ਚਲੋ ਇੱਥੇ ਜੇ ਜੰਮਿਆ ਪਲਿਆ ਵੀ ਹੋਊਗਾ, ਉਹਦੇ ਪਰਿਵਾਰ ਦੇ ਨਾਲ ਤਾਂ ਜਿਹੜਾ ਨਾਤਾ ਹੈਗਾ ਹੀ ਆ, ਰਿਸ਼ਤੇਦਾਰ ਜਿਹੜੇ ਹੋਣਗੇ ਉਹ ਕਿੰਨਾ ਜਿਹੜਾ ਉਹਨਾਂ ਦੇ ਲਈ ਬਦਨਾਮੀ ਦਾ ਸਬੱਬ ਜਿਹੜਾ ਆ ਪੂਰੀ ਪੰਜਾਬੀ ਟਰੱਕਿੰਗ ਇੰਡਸਟਰੀ ਵਾਲਿਆਂ ਦੀ ਬਦਨਾਮੀ ਆ। ਸੋ ਹੁਣ ਤੁਹਾਡਾ ਕੀ ਮਤਲਬ ਹੈ, ਜਦੋਂ ਪੁਲਿਸ ਵਾਲੇ ਜਾਂ ਹਾਈਵੇ ਪੈਟਰੋਲ ਵਾਲੇ ਖੜ ਕੇ ਦੇਖਦੇ ਸਾਰਿਆਂ ਨੂੰ ਸ਼ੱਕ ਇੱਦਾਂ ਹੀ ਜਾਣੀ ਆ ਵੀ ਇਹ ਉਸ ਮੂਲ ਦੇ ਬੰਦੇ ਖਰੇ ਇਹੀ ਕੰਮ ਕਰਦੇ ਹੈਗੇ ਆ। ਬਹੁਤ ਹੀ ਜਿਹੜੀ ਮਾੜੀ ਘਟਨਾ ਜਿਹੜੀ ਹੈਗੀ ਆ। ਕੀ ਆਈ ਥਿੰਕ ਹਰਜੋਤ ਸਿੰਘ ਜੀ, ਜਦੋਂ ਕੋਈ ਟਰੱਕਿੰਗ ਦੇ ਵਿੱਚ ਨਵਾਂ ਆਉਂਦਾ ਆ, ਆਪਣੇ ਜਿਹੜੇ ਪੁਰਾਣੇ ਟਰੱਕਰਸ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਇੱਕ ਜਿਹੜੀ ਚੀਜ਼ ਆ ਉਹ ਜ਼ਰੂਰ ਸਿਖਾਉਣੀ ਚਾਹੀਦੀ, ਭਾਈ ਸਬਰ ਸੰਤੋਖ ਰੱਖਿਆ ਕਰੋ, ਕਾਹਲੇ ਨਾ ਪਾਓ। ਹਾਂ ਹੁੰਦੇ ਆ ਵਿੱਚ 2-4 ਅਜਿਹੇ ਲੋਕ ਜਿਨ੍ਹਾਂ ਨੂੰ ਕਾਹਲੀ ਹੁੰਦੀ ਵੀ ਜਲਦੀ ਜਿਹੜਾ ਆਪਾਂ ਚਲੋ ਜਿਨ੍ਹਾਂ ਨੇ ਲੋਨ ਵੀ ਲਿਆ ਆ, ਕਰਜ਼ਾ ਵੀ ਹੈਗਾ ਆ, ਸਾਰਾ ਕੁਛ ਆ ਵੀ ਲਾ ਦਈਏ ਸਾਰਾ ਕੁਛ, ਹਰ ਇੱਕ ਜਣਾ ਇੱਦਾਂ ਹੀ ਆ। ਪਰ ਦੇਖੋ ਇਹ ਲੰਮਾ ਸਮਾਂ ਲੱਗਦਾ ਹੈ। ਰਾਜਕਰਮੀਤ ਸਿੰਘ ਸਾਡੇ ਬਜ਼ੁਰਗਾਂ ਵੱਲ ਦੇਖਣਾ ਚਾਹੀਦਾ। ਮੈਂ ਪੜ੍ਹ ਰਿਹਾ ਸੀ ਡਾਕਟਰ ਗੁਰਮੇਲ ਸਿੱਧੂ ਦੀ ਬੁੱਕ ਗਦਰ ਦਾ ਜਿਹੜਾ ਦੂਜਾ ਪੱਖ, ਉਹਨਾਂ ਨੇ ਕਿਹਾ ਵੀ 1880-90 ਦੇ ਲਾਗੇ 10 ਸੈਂਟ ਇੱਕ ਦਿਹਾੜੀ ਦੇ ਮਿਲਦੇ ਸੀ ਕੰਮ ਕਰਨ ਵਾਲਿਆਂ ਨੂੰ। ਉਸ ਟਾਈਮ ਤੇ ਇੱਕ ਬੰਦੇ ਨੇ $10,000 ਇੱਕ ਪੇਪਰ ਸ਼ੁਰੂ ਕਰਨ ਨੂੰ ਦਿੱਤੇ ਸੀਗੇ ਗਦਰ ਮੂਵਮੈਂਟ ਦੇ ਲਈ। ਸੋ ਦੇਖੋ ਉਦੋਂ 10 ਸੈਂਟ 'ਚ ਵੀ ਕੰਮ ਕਰਕੇ ਅਜੂਬਾ ਸਿਟੀ 'ਚ ਹਜੇ ਵੀ ਕਈ ਬਜ਼ੁਰਗ ਆਪਣੇ ਜੀਂਦੇ ਆ ਜਿਨ੍ਹਾਂ ਨੇ 25-25 ਸੈਂਟ ਘੰਟੇ ਦੇ ਕੰਮ ਕੀਤਾ ਆ, ਉਹ ਫਿਰ ਵੀ ਖੁਸ਼ ਰਹਿੰਦੇ ਸੀ। ਗੁਰਦੁਆਰੇ ਖੜੇ ਕੀਤੇ, ਪੰਜਾਬ ਨੂੰ ਵਾਪਸ ਪੈਸੇ ਭੇਜਦੇ ਸੀ ਤੇ ਖੁਸ਼ ਰਹਿੰਦੇ ਸੀ। ਬਿਲਕੁਲ ਹਾਂਜੀ। ਸੋ ਇਹਦੇ ਨਾਲ ਤੁਸੀਂ ਦੇਖੋ ਵੀ ਆਪਾਂ ਹੁਣ ਰੇਡੀਓ ਆ, ਪੰਜਾਬੀ ਰੇਡੀਓ USA ਦੇ ਆਪਾਂ ਦੇਖਦੇ ਆ ਵੀ ਕਿੰਨੇ ਪ੍ਰੋਗਰਾਮ ਹੁੰਦੇ ਆ, ਤੇ ਜਦੋਂ ਕੋਈ ਵੀ ਤੁਸੀਂ ਸ਼ੋਅ ਲਾ ਲਓ ਫਿਰ ਇੰਨੀਆਂ ਗਾਲਾਂ ਕੱਢਦੇ ਆ ਪੰਜਾਬ ਵਾਲਿਆਂ ਨੂੰ ਵੀ ਦੇਖੋ ਜੀ ਆਹ ਪਾਰਟੀ ਨੇ ਆਹ ਡਰੱਗ ਲਾਤੀ, ਆਹ ਪਾਰਟੀ ਨੇ ਆਹ ਕਰਤਾ ਨਸ਼ਾ। ਤਾਂ ਹੁਣ ਆਪਣਾ ਇੱਥੇ ਤੁਸੀਂ ਦੇਖੋ ਹੁਣ ਇਸ ਇਸ਼ੂ ਤੇ ਕਿਸੇ ਨੇ ਨਹੀਂ ਬੋਲਣਾ, ਚੁੱਪ ਕਰਕੇ ਸਾਰੇ ਬੈਠੇ ਰਹਿਣੇ ਆ। ਸੋ ਸਾਨੂੰ ਜਿਹੜੀ ਆ ਜਿੱਥੇ ਰਹਿੰਦੇ ਆ ਉੱਥੇ ਵੀ ਬੋਲਣਾ ਚਾਹੀਦਾ ਆ। ਸੋ ਜਿਹੜੀਆਂ ਇੱਦਾਂ ਦੀਆਂ ਭੇਡਾਂ ਆ ਉਹਨਾਂ ਨੂੰ ਸਾਨੂੰ ਪਛਾਣਨਾ ਚਾਹੀਦਾ ਹੈਗਾ, ਨਹੀਂ ਤਾਂ ਪੂਰੀ ਦੀ ਪੂਰੀ ਕੌਮ ਬਦਨਾਮ ਹੋਣੀ ਆ, ਪੂਰੀ ਦੀ ਪੂਰੀ ਟਰੱਕਿੰਗ ਇੰਡਸਟਰੀ ਬਦਨਾਮ ਹੋਣੀ ਆ। ਜਿਹੜਾ ਵੀ ਬੰਦਾ ਕੋਈ ਟਰੱਕਿੰਗ ਜਾਊਗਾ ਉਹ 40 ਵਾਰੀ ਸੋਚੂਗਾ ਭਾਈ ਮੇਰੀ ਬਦਨਾਮੀ ਨਾ ਹੋਵੇ ਇੱਦਾਂ। ਬਿਲਕੁਲ। ਆਪਣੇ ਇੱਕ ਦੇਖੋ ਹੁਣ ਜਦੋਂ ਇੱਦਾਂ ਦੀਆਂ ਚੀਜ਼ਾਂ ਫਿਰ ਉਹ ਨਾਲ ਜੋੜਦੇ, ਮੈਂ ਇੱਕ ਐਗਜ਼ਾਮਪਲ ਦੇਣ ਲੱਗਾ। ਹੁਣ ਆਪਣੇ ਟਰੱਕ ਵਾਲਿਆਂ ਦੇ ਬਹੁਤ ਗੀਤ ਆਉਂਦੇ, ਚਲੋ ਚੰਗੀ ਗੱਲ ਆ, ਮਿਹਨਤਾਂ ਕਰਦੇ ਆ, ਕਮਾਈਆਂ ਕਰਦੇ ਆ,
ਪਰ ਸਭ ਨੂੰ ਪਤਾ ਆ ਵੀ ਜਿਹੜੀਆਂ ਕਮਾਈਆਂ ਆ ਲੰਮਾ ਸਮਾਂ ਲੱਗਦਾ, ਜਿਨ੍ਹਾਂ ਨੇ ਕੰਪਨੀਆਂ ਖੜੀਆਂ ਵੀ ਕੀਤੀਆਂ ਆ, ਜਿੰਨੇ ਇਹਨਾਂ ਨੇ 100 ਕਈ 100 ਟਰੱਕ ਜਿਹੜੇ ਪਾਏ ਹੋਏ ਆ, ਉਹ ਟਾਈਮ ਲੱਗਦਾ ਉਸ ਚੀਜ਼ ਦੇ ਵੱਲ ਨੂੰ। ਤੇ ਪਰ ਜਦੋਂ ਬਾਕੀ ਕੋਈ ਹੋਰ ਕਮਿਊਨਿਟੀ ਵਾਲਾ ਤੁਹਾਡੇ ਟਰੱਕਾਂ ਵੱਲ ਨੂੰ ਦੇਖਦਾ, ਉਹ ਕਹਿੰਦਾ ਮਹਿੰਗੀਆਂ ਗੱਡੀਆਂ, ਬੱਲੇ ਏਡੇ ਵੱਡੇ ਘਰ ਵੀ ਛੱਤ ਲਏ 2 ਸਾਲਾਂ 'ਚ ਹੀ 5 ਸਾਲਾਂ 'ਚ ਹੀ ਕਿੱਦਾਂ ਹੋ ਗਿਆ। ਫਿਰ ਨਾਲ ਜਦੋਂ ਇੱਦਾਂ ਦੀ ਖਬਰ ਪੜ੍ਹਦੇ ਆ, ਉਹ ਕਹਿੰਦੇ ਅੱਛਾ ਫਿਰ ਇੱਦਾਂ ਜਿਹੜਾ ਆ ਉਹ ਨਾ ਕੰਮ ਕਰ ਲਿਆ ਹੋਵੇ। ਸੋ ਇਹ ਪਲੀਜ਼ ਇਸ ਜਿਹੜੇ ਫੁਕਰਪੰਤੀ ਨੂੰ ਆਪਾਂ ਇੱਥੇ ਹੀ ਰੋਕੀਏ, ਇਸ ਦੇ ਉੱਤੇ ਜਿਹੜਾ ਕੁੰਡਾ ਲਾਈਏ। ਇਹ ਕੋਈ ਚੰਗੀ ਗੱਲ ਨਹੀਂ ਆ। ਪੰਜਾਬ ਦੇ ਵਿੱਚ ਵੀ ਜਿਹੜਾ ਬੇੜਾ ਗਰਕ ਆ ਇਸ ਫੁਕਰਪੰਤੀ ਨੇ, ਚਾਦਰ ਤੋਂ ਬਾਹਰ ਪੈਰ ਪਸਾਰਨ ਨੇ, ਵੱਡੀਆਂ ਮਹਿੰਗੀਆਂ ਚੀਜ਼ਾਂ ਜਿਹੜੀਆਂ ਖਰੀਦਣ ਦੇ ਮਾਰਿਆਂ ਨੇ ਜਿਹੜਾ ਉਹ ਕੰਮ ਕੀਤਾ ਆ, ਇਹ ਕੋਈ ਚੰਗੀ ਗੱਲ ਨਹੀਂ ਆ। ਇਸ ਥਾਂ ਦੇ ਉੱਤੇ ਜਾ ਕੇ ਜੇ ਆਪਾਂ ਥਾਂ ਜਿਹੜੀ ਆਪਣੀ ਕੌਮ ਦੇ ਲਈ ਬਣਾ ਰਹੇ ਹਾਂ ਤੇ ਤੁਸੀਂ ਪਹਿਲਾਂ ਹੀ ਜੇ ਅਜਿਹੇ ਲੋਕ ਆ ਕੇ ਬਦਨਾਮ ਕਰਨਗੇ ਤਾਂ ਬਹੁਤ ਮਾੜੀ ਗੱਲ ਆ। ਸੋ ਦੇਖੋ ਬਈ ਹਰ ਸਾਲ ਕਿੰਨੇ ਜਿਹੜੇ ਪੰਜਾਬੀ ਮੁੰਡੇ ਆ ਇਹ ਡਰੱਗ ਦੇ ਵਿੱਚ ਫੜ ਹੁੰਦੇ ਆ, ਖਾਸ ਕਰਕੇ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ। ਸੋ ਇਹਦੇ ਨਾਲ ਕਿੱਡੀ ਤਕੜੀ ਬਦਨਾਮੀ ਹੁੰਦੀ ਆ, ਆਪਾਂ ਬੋਲਦੇ ਨਹੀਂ ਹੈਗੇ ਜਿਹੜੇ ਇੱਥੇ ਰਹਿੰਦੇ ਆ। ਤੇ ਤੁਸੀਂ ਦੇਖੋ ਭਈ ਕੈਨੇਡਾ ਦੇ ਵਿੱਚ 150 ਤੋਂ ਵੱਧ ਜਿਹੜਾ ਪੰਜਾਬੀ ਨੌਜਵਾਨ ਗੈਂਗ ਵਾਇਲੈਂਸ 'ਚ ਮਾਰਿਆ ਗਿਆ, ਉਹ ਸਾਰੇ ਡਰੱਗ ਨਾਲ ਰਿਲੇਟਡ ਸੀ, ਕੋਈ ਬੋਲਦਾ ਨਹੀਂ ਸੀ। ਹੁਣ ਕੁਛ ਕੁ ਕਮਿਊਨਿਟੀ ਦੇ ਮੈਂਬਰ ਅੱਗੇ ਆਏ ਆ ਤੇ ਉਹਨਾਂ ਨੇ ਜਿਹੜੇ ਆਪਣੇ ਪੋਲੀਟੀਸ਼ੀਅਨ ਜਿਹੜੇ ਕੁਛ ਨਹੀਂ ਕਰਦੇ ਸੀ ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ। ਹੁਣ ਪਿਛਲੇ ਵੀਕੇ ਸਰੀ 'ਚ ਇਲੈਕਸ਼ਨਾਂ ਹੋ ਕੇ ਹਟੀਆਂ। ਸੋ ਜਦੋਂ ਤੱਕ ਅਸੀਂ ਆਪ ਖੁਦ ਨਹੀਂ ਇਨਵੋਲਵ ਹੋਵਾਂਗੇ, ਆਪਾਂ ਨੂੰ ਕਮਿਊਨਿਟੀ ਨੂੰ ਇਹ ਬਹੁਤ ਵੱਡਾ ਇਸ਼ੂ ਆ, ਬਹੁਤ ਵੱਡਾ ਧੱਬਾ ਆ ਇਹ ਆਪਣੇ ਉੱਤੇ, ਇਹਦੇ ਤੇ ਵਰਕਆਊਟ ਕਰਨਾ ਪੈਣਾ ਆ। ਪਹਿਲਾਂ ਅਸੀਂ ਆਪਣੇ ਤੇ ਉਂਗਲਾਂ ਖੜੀਆਂ ਕਰੀਏ, ਫਿਰ ਦੂਜਿਆਂ ਤੇ ਕਰੀਏ, ਜਿਸ ਤਰ੍ਹਾਂ ਆਪਾਂ ਕਰਦੇ ਹੈਗੇ ਆ। ਬਿਲਕੁਲ। ਇਹ ਪਲੀਜ਼ ਸਾਰਿਆਂ ਨੂੰ ਜਿਹੜੀ ਉਹ ਬੇਨਤੀ ਹੋਈ ਆ ਵੀ ਆਪਣੀ ਜਿਹੜੀ ਚਾਦਰ ਨੂੰ ਦੇਖ ਕੇ ਜਿਹੜੇ ਪੈਰ ਪਸਾਰਨੇ ਚਾਹੀਦੇ। ਜਿੱਦਾਂ ਮੈਂ ਕਹਿ ਰਿਹਾ ਹਾਂ, ਉਹ ਰਾਤੋਂ ਰਾਤ ਕਿਸੇ ਨੇ ਲੋਨ ਲਾ ਕੇ ਕੁਛ ਨਹੀਂ, ਜਿਹੜਾ ਉਹ ਕਰਜ਼ੇ ਜਿਹੜੇ ਉਹ ਲਾਉਣੇ ਸਾਰਿਆਂ ਨੇ ਲਾਉਣੇ ਆ, ਕੋਈ ਇਸ ਦੇ ਵਿੱਚ ਦੋਰਾਵਾ ਨਹੀਂ। ਅਮਰੀਕਾ ਦੇ ਵਿੱਚ ਤੁਸੀਂ ਜੇ ਬੰਦੇ ਨੂੰ ਕਿਸੇ ਨੂੰ ਹੱਥ ਲਾ ਕੇ ਦੇਖ ਲਓ, ਚਾਹੇ ਉਹ ਵੱਡੀ ਤੋਂ ਵੱਡੀ ਕੰਪਨੀ ਦਾ ਵੀ ਮਾਲਕ ਆ, ਤਾਂ ਵੀ ਉਹਨਾਂ ਨੇ ਬੈਂਕ ਤੋਂ ਲੋਨ ਲਏ ਹੁੰਦੇ ਆ। ਇਹ ਲੋਨ ਦੇ ਉੱਤੇ ਹੀ ਜਿਹੜਾ ਸਾਰਾ ਕੁਝ ਜਿਹੜਾ ਚੱਲੀ ਜਾ ਰਿਹਾ। ਸੋ ਦੈਟਸ ਓਕੇ। ਇੱਥੇ ਇੱਕ ਜੀਵਨ ਸ਼ੈਲੀ ਜਿਹੜੀ ਇੱਦਾਂ ਦੀ ਉਹ ਹੈਗੀ ਆ। ਸੋ ਉਸ ਚੀਜ਼ ਨੂੰ ਪਛਾਣਦੇ ਹੋਏ ਉਹ ਤੋਂ ਜਿਹੜਾ ਆ ਗਾਂਹ ਉੱਠੋ। ਆਪਾਂ ਜਿੱਦਾਂ ਹਰਜੋਤ ਜੀ ਕਹਿ ਰਹੇ ਆ ਵੀ ਆਪਾਂ ਪੰਜਾਬ ਵਾਲਿਆਂ ਨੂੰ ਤਾਂ ਝੱਟ ਗਾਲਾਂ ਕੱਢਣ ਲੱਗ ਜਾਂਦੇ ਆ ਸਾਰੇ ਜਾਣੇ ਵੀ ਬਸ ਹੁਣ ਨਹੀਂ ਕੋਈ ਆਪਾਂ ਛੱਡਦੇ ਨਹੀਂ। ਕੀ ਉਹਦੇ ਵਿੱਚ ਫਿਰ ਬਾਦਲ ਤੇ ਕੀ ਕੈਪਟਨ ਤੇ ਕੀ ਆਮ ਆਦਮੀ ਪਾਰਟੀ, ਜਿਹੜਾ ਵੀ ਕੋਈ ਲੱਭਦਾ ਹੈ ਫਿਰ ਸਾਰੇ ਜਿਹੜੇ ਉਹਨਾਂ ਦੇ ਦਿਵਾਲੇ ਜਿਹੜੇ ਉਹ ਹੋ ਜਾਂਦੇ ਆ। ਇੱਥੇ ਜਿਹੜੇ ਉਹਨਾਂ ਦੇ ਸਪੋਰਟਰ ਉਹ ਵੀ ਫਿਰ ਬਹੁਤ ਬੋਲਦੇ ਆ। ਹਾਂ, ਸੋ ਸਾਰਿਆਂ ਨੂੰ ਜਿਹੜਾ ਚਾਹੀਦਾ ਵੀ ਇੱਥੇ ਦੇ ਵੱਲ ਨੂੰ ਵੀ ਜਿਹੜਾ ਆ ਉਹ ਰੋਕੋ। ਕੀ ਕਦਮ ਚੱਕਣੇ ਚਾਹੀਦੇ ਆ ਵੀ ਆਪਣੇ ਜਿਹੜੇ ਮੁੰਡੇ ਆ। ਹੁਣ ਦੇਖੋ ਇਹ ਕੈਨੇਡਾ ਦੇ ਵਿੱਚ ਤਾਂ ਇਸ ਟਾਈਮ ਚਰਨ ਸੀਮਾ ਦੇ ਉੱਤੇ ਪਹੁੰਚੀ ਹੋਈ ਇਹ ਗੱਲ, ਇਹ ਹੌਲੀ ਬਾਅਦ ਦੇ ਵਿੱਚ ਇੱਧਰ ਪਹੁੰਚ ਜੂਗੀ, ਫਿਰ ਤੁਸੀਂ ਕਿਹੜੇ ਪਾਸੇ ਨੂੰ ਜਿਹੜਾ ਭੱਜੋਗੇ। ਸੋ 99 ਤਾਂ ਆਲਰੇਡੀ ਕਿਤੇ ਨਾ ਕਿਤੇ ਜਿਹੜੀਆਂ ਇਹ ਚੀਜ਼ਾਂ ਦੇ ਲਈ ਹੌਲੀ ਜਿਹੜਾ ਬਦਨਾਮ ਹੋਣਾ ਸ਼ੁਰੂ ਹੋ ਚੁੱਕਾ ਆ। ਇਸ ਤੋਂ ਪਹਿਲਾਂ ਵੀ ਆਪਣੇ ਨੌਜਵਾਨ ਜਿਹੜੇ ਆ ਇਸ ਪਾਸੇ ਵੱਲ ਨੂੰ ਜਿਹੜੇ ਉਹ ਧੱਸੇ ਜਾਣ, ਉਹਨਾਂ ਨੂੰ ਕੱਢਣਾ ਬਾਅਦ 'ਚ ਔਖਾ ਹੋ ਜਾਵੇ, ਨਾਮੁਮਕਿਨ ਹੋ ਜਾਵੇ। ਉਸ ਤੋਂ ਪਹਿਲਾਂ ਰਹਿੰਦੇ ਹੋਏ ਜਿਹੜੇ ਕੋਈ ਪ੍ਰੋਗਰਾਮ ਜਿਹੜੇ ਉਹ ਲੀਕਣੇ ਚਾਹੀਦੇ ਆ। ਸਾਰੀ ਜਿਹੜੀ ਕਮਿਊਨਿਟੀ ਨੂੰ ਉਸ ਦੇ ਵਿੱਚ ਸਾਥ ਚਾਹੀਦਾ। ਹੁਣ ਤੁਸੀਂ ਦੇਖੋ ਰਾਜਕਮਲ ਸਿੰਘ ਜੀ, 300 ਪਾਉਂਡ ਜਿਹਦੇ 'ਚ 245 ਪਾਉਂਡ ਕੋਕੀਨ ਤੇ ਮੈਥ, ਬਾਕੀ 65 ਪਾਉਂਡ, ਉਹਦੇ ਨਾਲ ਕਿੰਨੇ ਹਜ਼ਾਰ ਲੋਕਾਂ ਨੂੰ ਪਤਾ ਨਹੀਂ ਕਿੰਨਿਆਂ ਦੀਆਂ ਮੌਤਾਂ ਹੋਣੀਆਂ ਸੀ। ਆਪਣੇ ਗੁਆਂਢੀ ਹੋਣੇ ਸੀ। ਉਹ ਹੋ ਸਕਦਾ ਪੰਜਾਬੀਆਂ ਦੇ ਨਾਂ ਵੀ ਨਿਆਣੇ ਹੋਣ, ਸਾਡੇ ਜਿਹੜੇ ਗੁਆਂਢੀ ਗੋਰੇ ਆ, ਕਾਲੇ ਆ, ਹੋਰ ਆ, ਉਹਨਾਂ ਦੇ ਨਿਆਣੇ ਤਾਂ ਸਾਰਿਆਂ ਦੇ ਬਰਾਬਰ ਹੀ ਹੁੰਦੇ ਆ, ਚਾਹੇ ਜਿਹੜੀ ਮਰਜ਼ੀ ਕੌਮ ਦਾ ਹੋਵੇ। ਇਸ ਦੇ ਵਿੱਚ ਆਪਣੇ ਨਿਆਣੇ ਵੀ ਜਿਹੜੇ ਹੋਣੇ ਸੀ, ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਆ। ਜਿਹੜਾ ਕੋਈ ਖੇਪ ਕਿਸੇ ਚਾਹ ਦੇ ਉੱਤੇ ਪਹੁੰਚਾ ਰਿਹਾ, ਜਿੱਥੇ ਵੀ ਕਰ ਰਿਹਾ ਆ, ਕੋਈ ਵੀ ਜਿਹੜਾ ਇਸ ਦਾ ਸ਼ਿਕਾਰ ਜਿਹੜਾ ਆ ਉਹ ਹੋ ਜਾਂਦਾ ਆ। ਇਹ ਜਦੋਂ ਸੱਪ ਨੂੰ ਕਹਿੰਦੇ ਕੋਈ ਅਜਿਹੇ ਨੂੰ ਨਸ਼ੇ ਵਾਲੇ ਨੂੰ ਪਾਲਦੇ ਤਾਂ ਉਹਨੇ ਇਨ ਦੀ ਐਂਡ ਆਪਾਂ ਨੂੰ ਹੀ ਜਿਹੜਾ ਆ ਕੇ ਦੱਸਣਾ ਹੁੰਦਾ ਆ। ਸੋ ਪਲੀਜ਼ ਇਹੋ ਜਿਹੀਆਂ ਚੀਜ਼ਾਂ ਤੋਂ ਜਿਹੜਾ ਆ ਪਰਹੇਜ਼ ਕਰੋ, ਪਰੇ ਹੋਵੋ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਦੇ ਰਹਿੰਦੇ ਆ ਇੱਥੇ, ਬਿਲਕੁਲ। ਉਸ ਤੋਂ ਪਹਿਲਾਂ ਕੁਝ ਕਾਲਰ ਵੀ ਆਪਣੇ ਨਾਲ ਜੁੜੇ ਆ, ਉਹ ਆਪਣੇ ਵਿਚਾਰ ਜਿਹੜੇ ਸਾਂਝੇ ਕਰਨਾ ਚਾਹੁੰਦੇ ਨੇ। ਆਪਣੇ ਨਾਲ ਜੁੜੇ ਹੋਏ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਰਦਾਰ ਰਾਜਕਰਮਵੀਰ ਜੀ ਤੇ ਸਰਦਾਰ ਮੈਂ ਖਾਲਸਾ ਜੀ ਦਾ ਨਾਂ ਹੀ ਭੁੱਲਿਆ, ਹਰਜੋਤ ਸਿੰਘ ਖਾਲਸਾ ਜੀ, ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿਆਣੇ ਕਹਿੰਦੇ ਹੁੰਦੇ ਆ ਜੀ ਵੀ ਵੇਖੋ ਚੋਰ ਨੂੰ ਖਾਂਦੇ ਨੂੰ ਨਾ ਵੇਖੋ, ਉਹਦੇ ਪੈਂਦਿਆਂ ਨੂੰ ਵੇਖੋ। ਤੇ ਜਿਹੜੇ ਇਹ ਲਾਲਚ ਕਰਦੇ ਨਾ, ਇਹਨਾਂ ਨੇ ਆਪਦੀ ਮਾਂ ਪਿਓ ਦਾ ਤੇ ਬਦਨਾਮ ਕੀਤੇ, ਨਾਲ ਕੌਮ ਦਾ ਵੀ ਕੀਤਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਰਾਤੇ ਰਾਤ ਅਮੀਰ ਹੋਣ ਦੇ ਜਿਹੜੇ ਸੁਪਨੇ ਲੈਂਦੇ, ਤੇ ਹੁਣ ਸਾਰੀ ਇਹਨਾਂ ਦੀ ਕਮਾਈ ਤੇ ਸਾਰੀ ਉਮਰ ਜੇਲ੍ਹ 'ਚ ਕੱਟਣੀ ਪਊ। ਤੇ ਨਾਲ ਜਿਹੜੀ ਆਂਦੇ ਚੋਰ ਨੂੰ ਮਰੇ, ਚੋਰ ਦੀ ਮਾਂ ਮਰੇ, ਇਹਦੇ ਮਗਰ ਵੱਡਾ ਹੱਥ ਵੀ ਕੋਈ ਹੋਊਗਾ ਜਿਹੜਾ ਲਾਲਚ ਦੇ ਕੇ ਇਹ ਕੰਮ ਕਰਾਉਂਦਾ ਨਾ। ਉਹ ਲਾਲਚੀ ਬੰਦਾ ਮਗਰ ਇਹਦੇ ਹੱਥ ਹੈਗਾ ਲਾਜ਼ਮੀ। ਇਹ ਚੀਜ਼ ਦੀ ਇਨਵੈਸਟੀਗੇਸ਼ਨ ਹੋ ਕੇ ਤੇ
ਗੱਲ ਇਹ ਆ ਵੀ ਮਾੜਾ ਕੰਮ ਨਾ ਕਰੋ। ਜਿਵੇਂ ਤੁਸੀਂ ਹੁਣ ਕਿਹਾ ਵੀ ਕੰਪਨੀਆਂ ਵੱਡੀਆਂ ਬਹੁਤ ਲੋਨ ਪੰਡਾਂ ਦੀਆਂ ਪੰਡਾਂ ਲੋਨ ਆ, ਐਵੇਂ ਬਸ ਉਹ ਪਰਦੇ ਬਣੇ ਹੁੰਦੇ ਆ ਵੀ ਚਲੋ ਉਹਨੂੰ ਵੇਖ ਕੇ ਵੀ ਪਤਾ ਨਹੀਂ ਉਹਦਾ ਕਿੰਨਾ ਕੁ ਚੌਧਰੀ ਆ ਵੀ ਉਹਦੇ ਇੰਨੇ ਟਰੱਕ ਆ ਇੰਨੀਆਂ ਫਲਾਨੀਆਂ। ਪਰ ਸਿਆਣੇ ਨੇ ਕਿਹਾ ਸਬਰ ਸੰਤੋਖ ਨੇਕ ਕਮਾਈ ਕਰਕੇ ਖਾਓ ਭਾਈ, ਮਾੜੇ ਕੰਮ ਨਾ ਕਰੋ, ਨਾ ਕਿਸੇ ਦਾ ਮਾੜਾ ਸੋਚੋ, ਨਾ ਤੁਹਾਡਾ ਇੱਥੇ ਭਲਾ ਹੋਣਾ ਨਾ ਤੁਹਾਡਾ ਗਾਹ ਭਲਾ ਹੋਣਾ। ਮੇਰਾ ਤਾਂ ਇੰਨਾ ਹੀ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਪਾਸੇ ਹਰਜੋਤ ਸਿੰਘ ਜੀ ਸਿੱਖ ਕੌਮ ਲੱਖਾਂ ਡਾਲਰ ਜਿਹੜੀ ਆ ਉਹ ਖਰਚਦੀ ਆਪਣੀ ਆਈਡੈਂਟੀਟੀ ਨੂੰ ਜਿਹੜਾ ਲੈ ਕੇ ਵੀ ਆਪਾਂ ਪੋਜ਼ੀਟਿਵ ਚੀਜ਼ ਜਿਹੜੀ ਆ ਕੁਛ ਦਿਖਾ ਸਕੀਏ, ਪਰ ਜਿਹੜੇ ਅਜਿਹੇ ਕੁਛ ਜਿਹੜੇ ਅਨਸਰ ਨੇ ਉਹ ਜਿਹੜੀ ਕਿੱਤੀ ਕਰਾਈ ਜਿਹੜੀ ਆ ਉਹ ਸਾਰੀ ਖੂਹ ਦੇ ਵਿੱਚ ਜਿਹੜੀ ਆ ਉਹ ਪਾ ਦਿੰਦੇ ਨੇ। ਹਿਊਸਟਨ ਫਲੱਡ ਰਿਲੀਫ ਦੇ ਵਿੱਚ ਜਦੋਂ ਸਿੱਖਾਂ ਨੇ ਕਈ ਜਿਹੜੇ ਟਰੱਕ ਘੱਲੇ, ਕਿੰਨੀ ਰਿਲੀਫ ਰਾਹਤ ਜਿਹੜੀ ਉੱਥੇ ਘੱਲੀ ਲੋਕਾਂ 47 ਦੇ ਕਰੀਬ ਟਰੱਕ ਗਏ ਸੀ ਬਿਗ ਰਿਗਸ ਜੀ ਬਿਲਕੁਲ। ਸੋ ਉਹਨਾਂ ਨੇ ਜਿਹੜੀ ਕਿੰਨੀ ਉੱਥੇ ਜਿਹੜੀ ਉਦੋਂ ਮਦਦ ਕੀਤੀ। ਸੋ ਅਜਿਹੀ ਇੱਕ ਘਟਨਾ ਉਹ ਸਾਰੇ ਨੂੰ ਕਿੱਤੇ ਕਿਰਾਏ ਦੇ ਵਿੱਚ ਜਿਹੜੀ ਖੂਹ ਦੇ ਵਿੱਚ ਜਿਹੜੀ ਉਹ ਪਾ ਦਿੰਦੀ ਆ। ਸੋ ਆਪਾਂ ਨੂੰ ਬਤੌਰ ਕਮਿਊਨਿਟੀ ਇਸ ਚੀਜ਼ ਦੇ ਪ੍ਰਤੀ ਬਹੁਤ ਸੁਹਿਰਦਤਾ ਦੇ ਨਾਲ ਜਿਹੜੇ ਸਮਝਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਵੀ ਆਪਾਂ ਆਉਣ ਵਾਲੀ ਜਨਰੇਸ਼ਨ ਜਾਂ ਜਿਹੜੇ ਵੀ ਕੋਈ ਇਸ ਪਾਸੇ ਵੱਲ ਨੂੰ ਕਿਉਂ ਜਾ ਰਿਹਾ ਆ, ਕਿੱਦਾਂ ਐਜ਼ ਏ ਕਮਿਊਨਿਟੀ ਆਪਾਂ ਉਹਨਾਂ ਦੀ ਜਿਹੜੀ ਉਹ ਮਦਦ ਵੀ ਜਿਹੜੀ ਕਰ ਸਕਦੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਾਊਨ ਵੀ ਹੁੰਦੇ ਆ ਅਤੇ ਉਹਨਾਂ ਦੀ ਮਦਦ ਕਰਨੀ ਵੀ ਜਿਹੜੀ ਉਹ ਲਾਜ਼ਮੀ ਹੁੰਦੀ। ਬਤੌਰ ਕਮਿਊਨਿਟੀ ਅਜਿਹੀ ਸਮੱਸਿਆ ਆਪਾਂ ਨੂੰ ਨਾ ਪਹੁੰਚੇ, ਨਾ ਆਵੇ, ਇਸ ਲਈ ਜਿਹੜੇ ਆ ਜ਼ਰੂਰ ਐਜ਼ ਏ ਕਮਿਊਨਿਟੀ ਸਾਰਿਆਂ ਨੂੰ ਜਿਹੜੇ ਕਦਮ ਚੁੱਕਣ ਦੀ ਜ਼ਰੂਰਤ ਹੈਗੀ ਆ। ਸੋ ਬਿਲਕੁਲ ਇਹਦੇ ਵਿੱਚ ਜ਼ਰੂਰ ਜਿਸ ਤਰ੍ਹਾਂ ਬੂਟਾ ਸਿੰਘ ਜੌਲ ਹੁਣੀ ਦੱਸ ਕੇ ਗਏ ਆ, ਇਹਦੇ ਪਿੱਛੇ ਵੱਡੀ ਮੱਛੀ ਹੋਊ। ਹਾਂ 22 ਸਾਲਾਂ ਦੇ ਨੇ 300 ਪਾਉਂਡ ਦੀ ਜਿਹੜੀ ਡਰੱਗ ਖਰੀਦੀ ਹੋਊਗੀ ਅਤੇ ਉਹ ਪੈਸੇ ਕਿੱਥੋਂ ਆਏ ਹੋਊਗੇ। ਬਿਲਕੁਲ ਉਹਦੇ ਪਿੱਛੇ ਕੋਈ ਨਾ ਕੋਈ ਜਿਹੜੀ ਆ ਵੱਡੀ ਮੱਛੀ ਹੋਊਗੀ ਪਿੱਛੇ। ਸੋ ਬਹੁਤ ਹੀ ਜਿਹੜੀ ਮਾੜੀ ਗੱਲ ਹੈਗੀ ਆ ਇਹ ਇਕੱਲਾ ਉਹਨੇ ਆਪਣਾ ਨਾਮ ਨਹੀਂ ਬਦਨਾਮ ਕੀਤਾ, ਆਪਣੀ ਕੌਮ ਦਾ ਬੇਕਰਸਫੀਲਡ ਦਾ ਨਾਮ ਬਦਨਾਮ ਕੀਤਾ ਅਤੇ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਦੇ ਜਿਹੜੇ ਲੋਕ ਆ ਉਹਨਾਂ ਦਾ ਨਾਮ ਬਦਨਾਮ ਕੀਤਾ। ਜੀ ਜੀ ਬਿਲਕੁਲ। ਆਪਣੇ ਨਾਲ ਜੁੜੇ ਨੇ ਰਮਨ ਸਿੰਘ ਢਿੱਲੋਂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਤੇ ਮੈਂ ਇਹੋ ਜਿਹੜੀ ਆਪਣੀ ਖਬਰ ਹੁਣ ਵੀ ਚੱਲਦੀ ਸੀਗੀ ਇਹਦੇ ਬਾਰੇ 'ਚ ਹੀ ਇੱਕ ਸੀਗੀ ਗੱਲ ਕਿ ਹੁਣ ਅੱਜ ਕੱਲ੍ਹ ਜਦੋਂ ਮੈਂ ਗੱਲ ਕਰਨ ਲੱਗਾ ਸੀਗਾ ਫਿਰ ਨਾਪਤਾ ਦੀ, ਜਦੋਂ ਅਸੀਂ ਸਾਨੂੰ ਕਾਫੀ ਇੰਟਰਵਿਊ ਹੁੰਦੇ ਆ, ਹੁਣ ਕਾਫੀ ਮੈਗਜ਼ੀਨਾਂ ਦੇ ਵਿੱਚ ਇੰਟਰਵਿਊ ਆ ਵੀ ਰਿਹਾ, ਨਿਊਜ਼ਪੇਪਰ 'ਚ ਆ ਰਿਹਾ, ਤੇ ਜਦੋਂ ਵੀ ਇੰਟਰਵਿਊ ਸਾਡਾ ਹੁੰਦਾ ਆ ਕਿਤੇ ਤੇ ਸਾਨੂੰ ਕੁਐਸਚਨ ਪੁੱਛਿਆ ਜਾਂਦਾ ਕਿ ਕਿਉਂ ਇੰਨੇ ਜਿਹੜੇ ਪੰਜਾਬੀ ਆ ਉਹ ਟਰੱਕਿੰਗ ਇੰਡਸਟਰੀ 'ਚ ਕਿਉਂ ਆ ਰਹੇ ਆ, ਕੀ ਰੀਜ਼ਨ ਹੈ ਆਉਣ ਦਾ। ਤੇ ਉਹਦੇ ਲਈ ਅਸੀਂ ਮਿਹਨਤ ਦੱਸੀ ਦੀ ਆ, ਸਾਰਾ ਕੁਝ ਦੱਸੀ ਦਾ ਵੀ ਇਹਨਾਂ ਨੇ ਅਸੀਂ ਸ਼ੁਰੂ ਤੋਂ ਪੰਜਾਬ ਤੋਂ ਹੀ ਜਿਹੜਾ ਟਰੱਕਿੰਗ ਦੇ ਨਾਲ ਇੰਨੇ ਇਨਵੋਲਵ ਹੈਗੇ ਆ, ਟਰੱਕਿੰਗ ਇੰਨੀ ਲਾਈਕ ਕਰਦੇ ਆ। ਸੋ ਉਸ ਤੋਂ ਬਾਅਦ ਅਗਲਾ ਕੁਐਸਚਨ ਉਹਨਾਂ ਦਾ ਇਹ ਹੁੰਦਾ ਹੈ ਕਿ ਜਿਹੜੇ ਸੌਂਗਸ ਆ ਤੁਹਾਡੇ ਜਿਹੜੇ ਇਜ਼ ਦੇਅਰ ਐਨੀ ਰਿਐਲਿਟੀ ਟੂ ਇਟ, ਕਿ ਇਹ ਜਿਹੜੇ ਸੌਂਗਸ ਹੁੰਦੇ ਆ ਇਹ 'ਚ ਕੋਈ ਰਿਐਲਿਟੀ ਹੈਗੀ ਆ ਇਹਦੇ 'ਚ ਵੀ ਵਾਈ ਹਾਊ ਕਮ ਜਿਹੜਾ ਇੱਕ ਡਰਾਈਵਰ ਹੈਗਾ ਆ ਉਹਨੂੰ ਐਡਾ ਵੱਡਾ ਦਿਖਾ ਦਿੱਤਾ ਜਾਂਦਾ ਹੈ ਜਾਂ ਇੰਨੀ ਉਹਦੀ ਜਿਹੜੀ ਆ ਘਰ ਆ ਐਡਾ ਵੱਡਾ, ਹਾਊ ਦੇ ਗੈਟ ਦੋਜ਼ ਹਾਊਸਿਸ, ਹਾਊ ਦੇ ਗੈਟ ਦੋਜ਼ ਕਾਰਸ, or you know that's how hard they are working. So ਇਹ ਕੁਐਸਚਨ ਜਿਹੜਾ ਆ ਇਹ ਬਹੁਤ ਜ਼ਿਆਦਾ ਇਸ ਵੇਲੇ ਖਾਸ ਕਰਕੇ ਕਹਿੰਦੇ ਨਾ ਜਦੋਂ ਪਬਲਿਸਿਟੀ ਹੁੰਦੀ ਆ ਜਾਂ ਆਪਾਂ ਲੋਕਾਂ ਦੀ ਆਈਜ਼ ਦੇ ਵਿੱਚ ਜਾਂਦੇ ਆ, ਬਾਹਰ ਪਬਲਿਕ 'ਚ ਜਾਂਦੇ ਆ, ਉਦੋਂ ਫਿਰ ਚੰਗੀਆਂ ਗੱਲਾਂ ਦੇ ਨਾਲ ਨਾਲ ਜਿਹੜੀਆਂ ਮੰਦੀਆਂ ਗੱਲਾਂ ਉਹ ਵੀ ਨਾਲ ਉੱਭਰਨ ਲੱਗ ਜਾਂਦੀਆਂ। ਤੇ ਇਹ ਜਿਹੜੀ ਚੀਜ਼ ਆ ਇਹ ਖਾਸ ਕਰਕੇ ਰੀਸੈਂਟਲੀ ਇਸ ਸਾਲ ਦੇ ਵਿੱਚ ਕਈ ਮੈਗਜ਼ੀਨ ਜਾਂ ਕਈ ਨਿਊਜ਼ਪੇਪਰ ਦੇ ਨਾਲ ਗੱਲ ਹੋਈ ਆ, ਆਪਣੇ ਇਕਨੋਮਿਸਟ ਮੈਗਜ਼ੀਨ ਆ, ਆਪਣੀ ਹੈਗੀ ਆ ਤੇ LA ਟਾਈਮਜ਼ ਆ, ਹੋਰ ਕਈ ਆ, ਔਰ ਉਹਨਾਂ ਦਾ ਕੁਐਸਚਨ ਮੇਜਰ ਕੁਐਸਚਨ ਆ ਇਹ ਸਾਡੇ ਲਈ ਕਿ ਇਹ ਜੋ ਵਿੱਚ ਇਹਦੇ ਦਿਖਾ ਰਹੇ ਆ ਜੋ ਇਸ ਸੌਂਗਸ ਦੇ ਵਿੱਚ ਦਿਖਾ, ਔਰ ਸੌਂਗਸ ਉਹ ਕੱਢ ਕੇ ਇੱਦਾਂ ਦੇ ਲਿਆਉਂਦੇ ਆ ਜਿਹੜੇ ਕਿ ਮੈਂ ਵੀ ਕਦੀ ਨਹੀਂ ਸੁਣੇ, ਵੀ ਜਿਹਨਾਂ ਦੇ ਵਿੱਚ ਉਹ ਇੱਦਾਂ ਦੀਆਂ ਚੀਜ਼ਾਂ ਦਿਖਾ ਰਹੇ ਆ ਵੀ ਜਿਹਦੇ ਵਿੱਚ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ ਵੀ ਇਹ ਬੰਦਾ ਕੰਮ ਕਰ ਰਿਹਾ ਇੱਕ ਟਰੱਕਿੰਗ ਕੰਪਨੀ 'ਚ ਡਰਾਈਵਰ ਆ ਤੇ ਇਹ ਹਾਕਮ ਇੰਨਾ ਆਹ ਕੁਛ ਅਫੋਰਡ ਕਰ ਰਿਹਾ ਤੇ ਉਹ ਗਲਤ ਪਾਸੇ ਨੂੰ ਵਿਚਾਰ ਚਲਾ ਜਾਂਦਾ। ਠੀਕ ਹੈ, ਅਸੀਂ ਸੋਚ ਲੈਂਦੇ ਹਾਂ, ਸਾਨੂੰ ਪਤਾ ਹੈ ਵੀ ਸੌਂਗਸ ਆ ਉਹ ਦਿਖਾ ਦਿੰਦੇ ਤਾਂ ਮੂਵੀਜ਼ ਦੇ ਵਿੱਚ ਇੱਦਾਂ ਚੱਲਦਾ ਆ, ਪਰ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਕਿ ਲੋਕਾਂ ਦੇ ਵਿੱਚ ਭਰਮ ਭੁਲੇਖਾ ਪਾ ਰਿਹਾ। ਬਾਕੀ ਇਹ ਜਿਹੜੀ ਗੱਲ ਹੈਗੀ ਆ ਇਹ ਤਾਂ ਦੇਖੋ ਬਹੁਤ ਮਾੜੀ ਹੈਗੀ ਆ, ਇਹ ਨਹੀਂ ਕਹਿੰਦਾ ਵੀ ਚੰਗੀ ਹੈਗੀ ਆ। ਇਕਨੋਮੀ ਜਿਹੜੀ ਟਰੱਕਿੰਗ ਇੰਡਸਟਰੀ ਆ, ਜਿਹੜੀ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਣਾ ਜਿਹੜਾ ਜਿੰਨਾ ਕੁ ਆਪਾਂ ਕਹਿ ਲਓ ਰਾਜਕਰਨ ਆਪਾਂ ਜਿੰਨਾ ਕੁ ਜ਼ੋਰ ਜ਼ਾਰ ਲਾ ਕੇ ਜਿੰਨਾ ਕੁ ਮਾੜਾ ਮੋਟਾ ਆਪਣੀ ਕਮਿਊਨਿਟੀ ਨੂੰ ਉੱਪਰ ਚੱਕਣ ਦੀ ਟਰਾਈ ਕਰੀਦੀ ਆ ਤੇ ਕੋਈ ਨਾ ਕੋਈ ਇੱਦਾਂ ਦੀ ਚੀਜ਼ ਜਿਹੜੀ ਆ ਹੈਪਨ ਹੋ ਜਾਂਦੀ ਆ, ਆਪਾਂ ਨੂੰ ਫਿਰ ਪਿੱਛੇ ਖਿੱਚ ਲਿਆਉਂਦੀ ਆ। ਔਰ ਉਹਦੇ ਨਾਲ ਹੀ ਕੁਐਸਚਨਸ ਆਉਣੇ ਸ਼ੁਰੂ ਹੋ ਜਾਂਦੇ ਆ ਗੋਰਿਆਂ ਤੋਂ, ਸਾਨੂੰ ਪੁੱਛਣਾ ਸ਼ੁਰੂ ਹੋ ਜਾਂਦਾ ਆ ਵੀ ਇਹ ਵਾਟ ਇਜ਼ ਦਿਸ ਗੋਇੰਗ ਔਨ। ਤੇ
ਚਲੋ ਆਪਾਂ ਆਪਣੇ ਆਪ ਨੂੰ ਤਾਂ ਕਹੀਦਾ ਵੀ ਬਾਈ ਠੀਕ ਹੈ, ਸਾਰੀ ਕਮਿਊਨਿਟੀਜ਼ ਦੇ ਵਿੱਚ ਇੱਦਾਂ ਦੇ ਬੰਦੇ ਹੈਗੇ ਆ, ਬਟ ਫਿਰ ਵੀ ਮਾੜੀ ਗੱਲ ਹੈ ਇੱਦਾਂ ਦਾ ਕੰਮ ਜਿਹੜਾ ਆ ਇਹ। ਔਰ ਖਾਸ ਕਰਕੇ ਰਾਜਕਰਨ ਇਹ ਜਿਹੜੀ ਥੋੜੀ ਜਿਹੀ ਨਵੀਂ ਪਨੀਰੀ ਜਿਹੜੀ ਹੁਣ ਆਈ ਹੈ ਟਰੱਕਿੰਗ ਦੇ ਵਿੱਚ, ਦੇਖੋ ਜਿਹੜੇ ਬੰਦੇ ਅੱਜ ਤੋਂ 30-35 ਸਾਲਾਂ ਦੇ ਇੱਥੇ ਬੈਠੇ ਆ, ਉਹਨਾਂ ਨੇ ਕੰਮ ਕੀਤਾ ਹੈ, ਕੰਮ ਕਰਕੇ ਮਿਹਨਤਾਂ ਕੀਤੀਆਂ, ਸਾਰਾ ਕੁਛ ਕਰਕੇ ਆਪਣਾ ਕੁਛ ਬਣਾਇਆ ਆ, ਅੱਜ ਸਾਨੂੰ ਉਹਨਾਂ ਨੂੰ ਦੇਖ ਕੇ ਐਂ ਲੱਗਦਾ ਵੀ ਇਹਨਾਂ ਤੋਂ ਅੱਗੇ ਕਿੱਦਾਂ ਨਿਕਲਿਆ ਜਾਵੇ। ਠੀਕ ਹੈ ਨਾ, ਜਲਦੀ ਲੰਘਿਆ ਕਿੱਦਾਂ ਬਹੁਤ ਵੱਡਾ ਰੀਜ਼ਨ ਆ। ਦੂਸਰੀ ਗੱਲ ਹੈ ਕਿ ਜਿਹੜੇ ਨਵੀਂ ਪਨੀਰੀ ਆਈ ਆ ਇੰਡੀਆ ਤੋਂ, ਜਿਹੜੇ ਆਏ ਆ ਉਹ ਬਹੁਤ ਪੈਸੇ ਖਰਚ ਕੇ ਆਏ ਆ, ਤੇ ਉਹ ਜਿਹੜੇ ਪੈਸੇ ਆ ਉਹ ਪੇ ਆਫ ਕਰਨ ਨੂੰ ਕਾਹਲੀ ਹੁੰਦੀ ਆ ਵੀ ਇਹਨੂੰ ਪੇ ਆਫ ਕੀਤਾ ਜਾਵੇ, ਇੱਥੇ ਸੈੱਟ ਵੀ ਹੋਣਾ ਕਰਨਾ। ਸੋ ਪਤਾ ਨਹੀਂ ਕਿੱਦਾਂ ਦੇ ਵਿਚਾਰ ਆ, ਕੀ ਮਤਲਬ ਸੋਚ ਹੋਊਗੀ ਉਹਦੀ, ਪਰ ਜੋ ਵੀ ਹੋਇਆ ਮਾੜਾ ਹੋਇਆ ਜੀ। ਥੈਂਕ ਯੂ ਜੀ ਜੀ ਬਿਲਕੁਲ। ਸੋ ਇਸ ਚੀਜ਼ ਨੂੰ ਜਿੱਦਾਂ ਆਪਾਂ ਦੱਸਦੇ ਹਾਂ ਵੀ ਓਵਰਨਾਈਟ ਕਿਸੇ ਨੇ ਅਮੀਰ ਨਹੀਂ ਹੋ ਜਾਣਾ, ਮਿਹਨਤਾਂ ਜਿਹੜੀਆਂ ਕਰਨੀਆਂ ਪੈਂਦੀਆਂ, ਅਤੇ ਜੇ ਸ਼ਾਰਟਕੱਟ ਵਰਤੋਂਗੇ, ਬਹੁਤ ਸਾਰੇ ਲੋਕ ਕਹਿਣਗੇ ਵੀ ਜਿਹੜਾ ਫੜਿਆ ਗਿਆ ਉਹੀ ਹੈ, ਜਿਹੜੇ ਨਹੀਂ ਫੜੇ ਗਏ ਉਹ ਤਾਂ ਗਾਂਹ ਲੰਘ ਜਾਂਦੇ ਆ। ਪਰ ਇਸ ਚੀਜ਼ ਨੇ ਜੇ ਤੁਸੀਂ ਕਿਸੇ ਹੋਰ ਦਾ ਘਰ ਬਰਬਾਦ ਕੀਤਾ ਆ, ਉਹਨਾਂ ਦੇ ਘਰ ਆਪਣੇ ਵੀ ਜਿਹੜੇ ਉਹ ਬਚਦੇ ਨਹੀਂ। ਸੋ ਇਹ ਫਿਰ ਜਿਹੜੀ ਰੱਬ ਦੀ ਜਿਹੜੀ ਸੋਟੀ ਜਦੋਂ ਪੈਂਦੀ ਹੈ ਨਾ, ਫਿਰ ਕਹਿੰਦੇ ਆਵਾਜ਼ ਵੀ ਨਹੀਂ ਆਉਂਦੀ ਹੁੰਦੀ। ਸੋ ਇਹ ਚੀਜ਼ਾਂ ਤੋਂ ਜਿਹੜਾ ਬਚ ਕੇ ਰਹਿਣਾ ਚਾਹੀਦਾ, ਪਰੇ ਰਹਿਣਾ ਚਾਹੀਦਾ। ਐਵੇਂ ਜਿਹੜੇ ਸਿਆਣੇ ਬਜ਼ੁਰਗ ਆ ਸ਼ੁਰੂ ਤੋਂ ਐਵੇਂ ਨਹੀਂ ਕਹਿੰਦੇ ਆਏ ਵੀ ਮਿਹਨਤ ਦੀ ਕੰਮ ਜਿਹੜਾ ਕਰੋ, ਮਿਹਨਤ ਕਰੋ ਤੇ ਸਬਰ ਸੰਤੋਖ ਦੇ ਨਾਲ ਜੀਓ। ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਹੋਰ ਕਾਲਸ ਵੀ ਹੈਗੀਆਂ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤੇ ਜੇ ਕੋਈ ਹੋਰ ਵੀ ਹਿੱਸਾ ਲੈਣਾ ਚਾਹੁੰਦਾ ਕਾਲ ਕਰ ਸਕਦੇ ਹੋ 408 272 5200 ਤੇ ਜੀ। ਤੇ ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਬਾਈ ਨਵੀਂ ਮਸਟੈਂਗ ਕਢਾਈ ਆ ਹੁਣ, ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜਿਹੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ, ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ, ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ, ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ 'ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ। ਸੰਦੀਪ ਕੌਰ, ਫਾਰਮਰਸ ਇੰਸ਼ੋਰੈਂਸ 9162513039 916 252 3039। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ, ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ।
ਮੈਨੂੰ ਚੂੜੀਆਂ ਚੜਾ ਦੇ ਚੰਨ ਵੇ ਮੈਂ ਛਮ ਛਮ ਨੱਚਦੀ ਫਿਰਾਂ। ਕਿਰਨ ਬੜੀ ਖੁਸ਼ ਲੱਗਦੀ ਆ, ਕੀ ਗੱਲ ਆ? ਮੇਰੀ ਰਿਸੈਪਸ਼ਨ ਅਤੇ ਜਾਗੋ ਦੀ ਪਾਰਟੀ ਹੋਣ ਜਾ ਰਹੀ ਆ ਸਨਰਾਈਜ਼ ਬੈਂਕੁਏਟ ਹਾਲ ਵਾਲਿਆਂ ਦੇ। ਅੱਛਾ, ਇਹਦੇ ਚ ਇੰਨੀ ਖੁਸ਼ੀ ਵਾਲੀ ਕਿਹੜੀ ਗੱਲ ਆ? ਤੁਹਾਨੂੰ ਨਹੀਂ ਪਤਾ, ਸਨਰਾਈਜ਼ ਬੈਂਕੁਏਟ ਹਾਲ ਪਹਿਲਾ ਇੰਡੀਅਨ 5 ਸਟਾਰ ਬੈਂਕੁਏਟ ਹਾਲ ਆ। ਜਿੰਨੇ ਵੱਡੇ ਆਮ ਲੋਕਾਂ ਦੇ ਹਾਲ ਆ ਨਾ, ਉਨੀ ਵੱਡੀ ਤਾਂ ਸਨਰਾਈਜ਼ ਵਾਲਿਆਂ ਦੀ ਲੌਬੀ ਆ। ਅਤੇ ਇਹਨਾਂ ਕੋਲ 3 ਹਾਲ ਵੀ ਨੇ, 250, 500 ਅਤੇ 1200 ਬੰਦਿਆਂ ਦੀ ਕੈਪੈਸਿਟੀ ਵਾਲੇ, ਜਿੱਥੇ ਤੁਸੀਂ ਜਾਗੋ, ਰਿਸੈਪਸ਼ਨ, ਮੀਟਿੰਗ ਅਤੇ ਕਨਸਰਟ ਵੀ ਕਰਵਾ ਸਕਦੇ ਹੋ। ਇਹ ਡੀਜੇ ਅਤੇ ਡੈਕੋਰੇਸ਼ਨ ਵੀ ਇਨ ਹਾਊਸ ਕਰਦੇ ਨੇ। ਜਦੋਂ ਤੁਸੀਂ ਖਾਧੀ ਨਾ ਇਹਨਾਂ ਦੇ ਰੈਸਟੋਰੈਂਟ ਕਲੇ ਓਵਨ ਗ੍ਰਿਲ ਐਂਡ ਬਾਰ ਦੀ ਰੋਟੀ ਤਾਂ ਉਂਗਲਾਂ ਚੱਟਦੇ ਰਹਿ ਜਾਓਗੇ ਜਨਾਬ, ਜੋ ਕਿ ਸਿਲਾਨੋ ਕਾਉਂਟੀ ਦਾ ਨੰਬਰ 1 ਰੈਸਟੋਰੈਂਟ ਆ। ਹਾਲ ਦੀ ਬੁਕਿੰਗ ਵਾਸਤੇ ਅੱਜ ਹੀ ਕਾਲ ਕਰੋ ਕਮਲ ਗਿੱਲ 7074747003। 500 ਤੋਂ 1000 ਬੰਦੇ ਦੀ ਕੇਟਰਿੰਗ ਦੇ ਲਈ ਗੱਲ ਕਰ ਸਕਦੇ ਹੋ ਹਰਪਾਲ ਜੀ ਨਾਲ 4083139202। ਸਨਰਾਈਜ਼ ਬੈਂਕੁਏਟ ਹਾਲ 620 ਔਰੰਜ ਡਰਾਈਵ ਅਤੇ 400 ਔਰੰਜ ਡਰਾਈਵ ਵੈਕਵਿਲ। sunrisebanquethall.com ਤੇ। ਉਹ ਮਿੱਤਰਾ, ਪਿਛਲੇ ਸਾਲ ਜਦੋਂ ਤੇਰੇ ਘਰ ਯੂਬਾ ਸਿਟੀ ਮੈਂ ਆਇਆ ਸੀ ਤਾਂ ਬੜਾ ਮਨ ਲੱਗਿਆ ਸੀ। ਰੇਡੀਓ ਉੱਤੇ ਸਵੇਰੇ ਸ਼ਾਮ ਗੁਰਬਾਣੀ ਸੁਣਦੇ ਸੀ, ਅਮਰੀਕਾ ਦੀਆਂ, ਪੰਜਾਬ ਦੀਆਂ ਖਬਰਾਂ, ਗਾਣੇ, ਹੋਰ ਸਮਾਜਿਕ ਗੱਲਾਂ ਬਾਤਾਂ। ਦਿਨ ਕਦੋਂ ਲੰਘ ਜਾਂਦਾ ਸੀ ਪਤਾ ਹੀ ਨਹੀਂ ਸੀ ਲੱਗਦਾ। ਸਾਡੇ ਇਲਾਕੇ 'ਚ ਤਾਂ ਕੋਈ ਪੰਜਾਬੀ ਰੇਡੀਓ ਹੀ ਨਹੀਂ ਚੱਲਦਾ। ਉਹ ਲੈ, ਕਿਹੜੀ ਗੱਲ ਕਰਦਾ? ਪੰਜਾਬੀ ਰੇਡੀਓ USA ਦਾ ਇੰਟਰਨੈਟ ਰੇਡੀਓ ਸੈੱਟ ਤਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਚੱਲਦਾ। ਬਸ ਵਾਈਫਾਈ ਦੇ ਨਾਲ ਕਨੈਕਟ ਕਰੋ ਤੇ ਸ਼ਾਨਦਾਰ ਰੇਡੀਓ ਦੇ ਪ੍ਰੋਗਰਾਮਾਂ ਦਾ ਆਨੰਦ ਲਓ। ਪਿਛਲੇ ਸਾਲ ਬਾਹਰਲੀਆਂ ਸਟੇਟਸ ਅਤੇ ਮੁਲਕਾਂ ਤੋਂ ਆਏ ਮੇਰੇ ਦੋਸਤਾਂ ਮਿੱਤਰਾਂ ਨੂੰ ਮੈਂ ਪੰਜਾਬੀ ਰੇਡੀਓ USA ਦਾ ਇੰਟਰਨੈਟ ਰੇਡੀਓ ਸੈੱਟ ਹੀ ਤਾਂ ਗਿਫਟ ਕੀਤਾ ਆ। ਸਾਰੇ ਬਹੁਤ ਖੁਸ਼ ਨੇ। ਤੁਸੀਂ ਵੀ ਇਸ ਦੀਵਾਲੀ ਅਤੇ ਨਗਰ ਕੀਰਤਨ ਦੇ ਸ਼ੁਭ ਮੌਕੇ ਦੇ ਉੱਤੇ ਆਪਣੇ ਸਕੇ ਸੰਬੰਧੀਆਂ ਨੂੰ ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਗਿਫਟ ਕਰ ਸਕਦੇ ਹੋ। ਖੁਦ ਖਰੀਦਣ ਦੇ ਲਈ, ਗਿਫਟ ਕਰਨ ਦੇ ਲਈ ਅੱਜ ਹੀ ਇੰਟਰਨੈਟ ਰੇਡੀਓ ਸੈਟਸ ਬੁੱਕ ਕਰੋ 408272 ਯੂਬਾ ਸਿਟੀ ਦੇ ਨਗਰ ਕੀਰਤਨ ਦੇ ਉੱਤੇ ਪੰਜਾਬੀ ਰੇਡੀਓ USA ਦੇ ਬੂਥ ਤੋਂ ਤੁਸੀਂ ਇੰਟਰਨੈਟ ਰੇਡੀਓ ਸੈਟਸ ਲੈ ਸਕਦੇ ਹੋ। ਕਾਲ 408272 4082725200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਜਿਹੜਾ ਸਵਾਗਤ ਹੈ ਸਰੋਤਿਓ। ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਜੀ ਅਗਲੀਆਂ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਜੀ ਆਇਆਂ ਨੂੰ, ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਨਾਲ ਦੇ ਨਾਲ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ, ਮਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਤੇ ਸਨਰਾਈਜ਼ ਬੈਂਕੁਏਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ, 200 ਤੋਂ 1200 ਜਾਣੇ ਦੀ ਕੈਪੈਸਿਟੀ ਵਾਲੇ। ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕੁਏਟ ਹਾਲ ਆ। ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਆ। ਰੋਟੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਆਪਣੇ ਖੁਸ਼ੀ ਦੇ ਮੌਕੇ ਦੇ ਲਈ, ਪਾਰਟੀ ਦੇ ਲਈ ਤੁਸੀਂ ਇਹਨਾਂ ਦਾ ਬੈਂਕੁਏਟ ਹਾਲ ਬੁੱਕ ਕਰ ਸਕਦੇ ਹੋ। ਕਾਲ ਕਰੋ ਕਮਲ ਹੁਣਾਂ ਨੂੰ 7074747003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਧੰਨਵਾਦ ਜੀ। ਸੋ ਬਹੁਤ ਸਾਰੇ ਕਾਲਰ ਵੀ ਕਾਲ ਕਰ ਰਹੇ ਆ। ਕੋਈ ਪੁੱਛ ਰਿਹਾ ਜੀ ਉਹਨਾਂ ਦੇ ਪਿੰਡ ਕਿਹੜਾ, ਕੰਪਨੀ ਕਿਹੜੀ ਆ। ਤੁਸੀਂ ਗੂਗਲ ਸਰਚ ਕਰ ਲਿਓ, ਫਿਰ ਤੁਹਾਨੂੰ ਪਤਾ ਲੱਗ ਜਾਣਾ। ਖਬਰਾਂ ਕਾਫੀ ਜਿਹੜੀਆਂ ਇੰਗਲਿਸ਼ ਮੀਡੀਆ ਆ ਉਹਦੇ ਵਿੱਚ ਇਹ ਛਾਈਆਂ ਪਈਆਂ ਆ। ਬਿਲਕੁਲ, ਇਹ ਬਹੁਤ ਜਿਹੜੀ ਮੰਦਭਾਗੀ ਘਟਨਾ ਵਾਪਰੀ ਆ। ਸੋ ਜਿੱਦਾਂ ਆਪਾਂ ਕਹਿ ਵੀ ਰਹੇ ਸੀ ਹਰਜੋਤ ਸਿੰਘ ਜੀ, ਜ਼ਰੂਰ ਐਜ਼ ਏ ਕਮਿਊਨਿਟੀ ਆਪਾਂ ਨੂੰ ਕੋਈ ਨਾ ਕੋਈ ਇਸ ਦਾ ਕੋਈ ਹੱਲ ਲੱਭਣ ਦੀ ਜਿਹੜੀ ਜ਼ਰੂਰਤ ਆ। ਹਾਂ, ਸਾਰੇ ਜਣੇ ਇਹ ਕਹਿਣਗੇ ਵੀ ਕੋਈ ਸਪੋਰਟ ਸਿਸਟਮ ਹੋਣਾ ਚਾਹੀਦਾ ਵੀ ਕਿਉਂ ਜਿਹੜੇ ਲੋਕ ਜਿਹੜੇ ਰਾਤੋਂ ਰਾਤ ਆ ਕੇ ਅਮੀਰ ਬਣਨਾ ਚਾਹੁੰਦੇ, ਉਹਨਾਂ ਦੇ ਲਈ ਕੀ ਸਪੋਰਟ ਸਿਸਟਮ ਹੋਵੇ, ਕਿੱਥੇ ਜਿਹੜੀ ਉਹਨਾਂ ਨੂੰ ਸੇਧ ਦਿੱਤੀ ਜਾ ਸਕੇ ਵੀ ਭਾਈ ਕੋਈ ਗੱਲ ਨਹੀਂ, ਜੇ ਤੁਹਾਨੂੰ ਸਾਲ ਵੱਧ ਵੀ ਲੱਗ ਗਿਆ ਆਪਣਾ ਕਰਜ਼ਾ ਲਾਉਣ ਦੇ ਲਈ ਜਾਂ 2 ਸਾਲ ਵੀ ਵੱਧ ਲੱਗ ਗਏ ਤਾਂ ਉਹਦੇ ਨਾਲ ਕੋਈ ਜਿਹੜੀ ਆ ਕੋਈ ਐਸੀ ਜਿਹੜੀ ਔਖੀ ਗੱਲ ਨਹੀਂ। ਜਿੱਦਾਂ ਆਪਾਂ ਰੀਸੈਂਟਲੀ ਇੱਕ ਖਬਰ ਕੀਤੀ ਸੀ ਵੀ ਬੰਦਾ ਵਿਜ਼ਟਰ ਵੀਜ਼ੇ 'ਤੇ ਆਇਆ, ਜਿਹੜਾ ਟਰੱਕ 'ਤੇ ਚੜ੍ਹ ਗਿਆ, ਬਾਅਦ 'ਚ ਐਕਸੀਡੈਂਟ ਕਰਕੇ ਕਿਸੇ ਨੂੰ ਤਾਂ ਜਿਹੜਾ ਉਹਨੇ ਥੱਲੇ ਦਿੱਤਾ ਹੀ ਹੋਣਾ, ਆਪ ਵੀ ਜਿਹੜਾ ਆ ਉਹ ਜਿਹੜਾ ਪੂਰਾ ਹੋ ਗਿਆ ਹੈ ਨਾ। ਸੋ ਇਹ ਕਾਹਲੀ ਜਿਹੜੀ ਹੈ ਨਾ, ਕਾਹਲੀ ਅੱਗੇ ਟੋਏ, ਸਿਆਣੇ ਜਾਣੇ ਐਵੇਂ, ਸਿਆਣੇ ਜਿਹੜੇ ਆ ਐਵੇਂ ਨਹੀਂ ਜਿਹੜੇ ਉਹ ਕਹਿ ਕੇ ਗਏ ਹੋਏ। ਸੋ ਪਲੀਜ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਸਮਝੋ। ਸਭ ਨੂੰ ਪਤਾ ਵੀ ਬਹੁਤ ਤੇਜ਼ ਰਫ਼ਤਾਰ ਜਿਹੜੀ ਜ਼ਿੰਦਗੀ ਆ
ਜਿਹੜੇ ਆਲੀਸ਼ਾਨ ਜਿਹੜੇ ਲੋਕਾਂ ਨੇ ਪਾਏ ਹੋਏ ਆ, ਜਿਹੜੇ 30 40 ਸਾਲਾਂ ਤੋਂ ਜਿਹੜੇ ਆਏ ਹੋਏ ਨੇ, ਉਹਨਾਂ ਨੇ ਮਿਹਨਤਾਂ ਕਰਕੇ ਉੱਥੇ ਤੱਕ ਪਹੁੰਚੇ ਨੇ, ਫਿਰ ਜਿਹੜੇ ਕਿਤੇ ਜਾ ਕੇ ਉਸ ਚੀਜ਼ ਦੇ ਕਾਬਲ ਹੋਏ ਆ। ਇਹ ਨਾ ਸੋਚੋ ਵੀ ਅਸੀਂ 4-5 ਸਾਲਾਂ ਦੇ ਵਿੱਚ ਵੀ 2 ਸਾਲਾਂ ਦੇ ਵਿੱਚ ਵੀ ਜਿਹੜਾ ਉੱਥੇ ਪਹੁੰਚ ਜਾਣਾ ਆ। ਸੋ ਉਸ ਚੀਜ਼ ਦੇ ਪ੍ਰਤੀ ਜਿਹੜਾ ਸਬਰ ਜਿਹੜਾ ਉਹ ਰੱਖੋ। ਅਤੇ ਇਹ ਵੀ ਬਹੁਤ ਹੁੰਦਾ ਆ ਹਰਜੋਤ ਸਿੰਘ ਜੀ, ਚੁੱਕ ਬਹੁਤ ਹੁੰਦੀ ਆ ਇਹਦੇ ਵਿੱਚ, ਕੋਈ ਦੋ ਰਾਵਾਂ ਨਹੀਂ ਹੈ। ਜਦੋਂ ਕੋਈ ਆਪਣੇ ਪਿੰਡ ਦੇ ਵਿੱਚ ਕੋਈ ਕਾਲ ਵੀ ਕਰਦਾ, ਕੋਈ ਦੱਸਦਾ ਲੈ ਆਹ ਕਰਤਾ ਉਹ ਕਰਤਾ, ਲਾਲਾ ਹੋ ਗਈ ਆ। ਸੋ ਉਹ ਚੀਜ਼ਾਂ ਜਿਹੜੀਆਂ ਅਗਲੇ ਜਿਹੜਾ ਕੋਈ ਨਵਾਂ ਆ ਰਿਹਾ ਆ ਉਹਨੂੰ ਬਹੁਤ ਇਸ ਚੀਜ਼ ਨੂੰ ਜਿਹੜੀਆਂ ਆ ਉਤੇਜਿਤ ਕਰਦੀਆਂ ਆ ਵੀ ਲੈ ਵੀ ਮੈਂ ਵੀ ਆਪਾਂ ਜਾ ਕੇ ਉੱਥੇ ਇੱਦਾਂ ਹੀ ਕਰ ਦੇਣਾ ਆ। ਨਹੀਂ ਤਾਂ 22 ਸਾਲਾਂ ਦਾ ਜਿਹੜਾ ਮੁੰਡਾ ਜਿਹਨੂੰ ਨਿਆਣੇ ਨੂੰ ਇਹ ਨਹੀਂ ਸਮਝ ਹੋਣੀ ਵੀ ਅਜੇ ਉਹਨੂੰ ਇਕੱਲੇ ਜਿਹੜਾ ਟਰੱਕ ਚਲਾਉਣ ਨੂੰ ਔਖਾ ਹੈ, ਜਿਹੜੇ ਮਿਲਿਆ ਹੋਣਾ ਵੀ ਮੈਂ ਇੰਨੀ ਜਿਹੜੀ ਆ ਡਰੱਗ ਜਿਹੜੀ ਸਮਗਲ ਕਰ ਲਵਾਂ, ਕਿੱਦਾਂ ਜਿਹੜਾ ਆ ਉਹਦੇ ਮਨ ਦੇ ਵਿੱਚ ਇੱਦਾਂ ਜਿਹੜਾ ਆ ਗਿਆ। ਇਨਵੈਸਟੀਗੇਸ਼ਨ ਹੋਊਗੀ, ਮੈਨੂੰ ਲੱਗਦਾ ਇਹਦੇ ਵਿੱਚ ਗਾਂਹ ਤੋਂ ਗਾਂਹ ਜਿਹੜੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਉਹ ਲੱਭੀਆਂ ਜਾ ਸਕਦੀਆਂ ਨੇ ਜੀ। ਤੇ ਆਓ ਆਪਾਂ ਹੁਣ ਕੁਛ ਇਮੀਗ੍ਰੇਸ਼ਨ ਦੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਜਿਹੜਾ ਹੁਣ ਵਾਲਾ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਜਿੱਦਾਂ ਦੇ ਜਿਹੜੇ ਹੁਣ ਸਟੈਂਡ ਲੈਣ ਜਾ ਰਹੇ ਆ, ਇਹ ਬੜੇ ਹੀ ਖਤਰਨਾਕ ਹੈਗੇ ਆ USA ਦੇ ਲਈ, ਤੇ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਦੇ ਲਈ ਇਹ ਹੋ ਸਕਦੇ ਆ। ਕਹਿੰਦੇ ਬਈ ਹੁਣ ਇੰਨੇ 5200 ਦੇ ਕਰੀਬ ਫੌਜ ਜਿਹੜੀ ਭੇਜ ਦਿੱਤੀ ਜਾਣੀ ਆ ਬਾਰਡਰ ਦੇ ਉੱਤੇ। ਅਸਾਈਲਮ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਹੀ ਬੰਦ ਆ। ਤੇ ਮੈਂ ਕਈ ਖਬਰਾਂ ਪੜ੍ਹ ਰਿਹਾ ਸੀ ਵੀ ਜਿਹੜੇ ਬਾਰਡਰ ਤੇ ਅਸਾਈਲਮ ਮੰਗਣ ਆਉਂਦੇ ਆ ਉਹਨਾਂ ਨੂੰ ਉਹ ਕਹਿੰਦੇ ਵੀ ਹਜੇ ਵੇਟ ਕਰੋ। ਉੱਥੇ 4-4 5-5 ਦਿਨ ਕੋਈ ਮੀਂਹ 'ਚ ਖੜਾ, ਠੰਡ 'ਚ ਖੜਾ, ਉਹਨਾਂ ਨੂੰ ਐਂਟਰੀ ਨਹੀਂ ਹੋਣ ਦੇ ਰਹੇ, ਤੇ ਉਹ ਉੱਥੋਂ ਹੀ ਵਾਪਸ ਜਿੱਦਾਂ ਮੋੜੀ ਜਾ ਰਹੇ ਹੈਗੇ ਆ। ਤੇ ਹੁਣ ਜਿਹੜਾ ਨਵਾਂ ਇਸ਼ੂ ਚੱਲਿਆ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ, ਉਹਦੇ ਨਾਲ ਵੀ ਜਿਹੜੀ ਆ ਕਾਫੀ ਰੌਲਾ ਰੱਪਾ USA 'ਚ ਪੈ ਰਿਹਾ ਵੀ ਜਿਹੜਾ ਇੱਥੇ ਜੰਮਦਾ ਆ, ਜੇ ਉਹਦੇ ਪੇਰੈਂਟਸ ਅਨਡਾਕੂਮੈਂਟਡ ਹੈਗੇ ਆ ਤੇ ਔਰ ਨਾਨ ਸਿਟੀਜ਼ਨ ਜੀ, ਤੇ ਉਹਨੂੰ ਜਿਹੜੀ ਆ ਸਿਟੀਜ਼ਨਸ਼ਿਪ ਨਹੀਂ ਮਿਲੂਗੀ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਸੀ ਵੀ ਸਾਡਾ ਹੀ ਮੁਲਕ ਹੈਗਾ ਜਿਹੜਾ ਇੱਦਾਂ ਕਰਦਾ ਹੈ, ਹੋਰ ਨਹੀਂ ਕਰਦੇ। ਪਰ ਹੋਰ ਕਈ ਮੁਲਕਾਂ ਦੇ ਵਿੱਚ ਜਿਹੜੀ ਸਿਟੀਜ਼ਨਸ਼ਿਪ ਮਿਲਦੀ ਆ, ਜਿੱਥੇ ਬੰਦਾ ਬੋਰਨ ਹੁੰਦਾ ਆ ਉੱਥੇ ਦਾ ਹੀ ਜਿਹੜਾ ਸਿਟੀਜ਼ਨ ਗਿਣਿਆ ਜਾਂਦਾ ਹੈਗਾ ਆ। ਸੋ ਜੇ ਐਗਜ਼ੀਕਿਊਟਿਵ ਆਰਡਰ ਇਸ਼ੂ ਕੀਤੇ ਜਾਂਦੇ ਆ ਜਾਂ ਕੁਛ ਵੀ, ਕਿ ਅਲਟੀਮੇਟਲੀ ਕੇਸ ਦਾ ਸੁਪਰੀਮ ਕੋਰਟ 'ਚ ਜਾਣਾ ਆ, ਪਰ ਉਹਦੇ ਨਾਲ ਜਿਹੜਾ ਆ ਕਾਫੀ ਜਿਹੜਾ ਰੌਲਾ ਰੱਪਾ ਪੈ ਜਾਂਦਾ ਹੈ। ਬਿਲਕੁਲ, ਇਹ ਸੰਵਿਧਾਨ ਨੂੰ ਛਿੱਕੇ ਟੰਗਣ ਵਾਲੀ ਗੱਲ ਆ। ਜਿਹੜੀ 14ਵੀਂ ਅਮੈਂਡਮੈਂਟ ਆ, 14ਵੀਂ ਮੱਦ ਜਿਹੜੀ ਸੰਵਿਧਾਨ ਦੀ ਅਮਰੀਕਾ ਦੀ, ਉਹ ਕਹਿੰਦੀ ਆ ਵੀ ਉਹ ਬਰਥ ਰਾਈਟ ਆ ਤੁਹਾਡਾ, ਵੀ ਜੇ ਅਮਰੀਕਾ ਦੇ ਵਿੱਚ ਕੋਈ ਵੀ ਜਿਹੜਾ ਜੰਮਦਾ, ਇਰਰਿਸਪੈਕਟਿਵ ਉਹਦੇ ਪੇਰੈਂਟਸ ਜਿਹੜੇ ਅਮਰੀਕਾ ਦੇ ਸਿਟੀਜ਼ਨ ਹੈਗੇ ਨੇ ਜਾਂ ਉਹ ਨਹੀਂ ਹੈਗੇ, ਤਾਂ ਵੀ ਜਿਹੜੇ ਆ ਉਹਨੂੰ ਅਮਰੀਕਾ ਦਾ ਸਿਟੀਜ਼ਨ ਜਿਹੜਾ ਉਹ ਡਿਊ ਟੂ ਬਰਥ ਉੱਥੇ ਜਿਹੜਾ ਮੰਨਿਆ ਜਾਵੇਗਾ। ਅਤੇ ਜੇ ਇਸ ਨੂੰ ਜਿਹੜਾ ਨਕਾਰ ਦਿੱਤਾ ਜਾਂਦਾ ਆ, ਚਾਹੇ ਕੋਈ ਗ੍ਰੀਨ ਕਾਰਡ ਹੋਲਡਰ ਆ, ਕਿਉਂਕਿ ਉਹ ਸਿਟੀਜ਼ਨ ਨਹੀਂ, ਇਹ ਚੀਜ਼ ਭੁੱਲ ਜਿਓ, ਜਿਹੜਾ ਗ੍ਰੀਨ ਕਾਰਡ ਜਿਹੜਾ ਹੋਲਡਰ ਆ ਉਹ ਸਿਟੀਜ਼ਨ ਨਹੀਂ ਸਿਰਫ ਸਿਟੀਜ਼ਨ ਆ। ਸੋ ਜਿਹਦੇ ਕੋਲ ਪਾਸਪੋਰਟ ਹੈਗਾ, ਜਿਹਦੇ ਕੋਲ ਨੈਚੁਰਲਾਈਜੇਸ਼ਨ ਵਾਲਾ ਸਰਟੀਫਿਕੇਟ ਹੈਗਾ ਆ, ਸਿਰਫ ਉਸੇ ਨੂੰ ਜਿਹੜਾ ਸਿਟੀਜ਼ਨ ਜਿਹੜਾ ਉਹ ਮੰਨਿਆ ਜਾਂਦਾ ਆ। ਜੇ ਗਾਂ ਉਹਨਾਂ ਦੇ ਨਿਆਣੇ ਜਿਹੜੇ ਜੰਮਦੇ ਆ ਤਾਂ ਹੀ ਉਹਨਾਂ ਨੂੰ ਜਿਹੜਾ ਸਿਟੀਜ਼ਨ ਮਿਲੂਗਾ। ਜੇ ਕੋਈ ਗ੍ਰੀਨ ਕਾਰਡ ਵਾਲਿਆਂ ਦੇ ਜਾਂ ਅਨਡਾਕੂਮੈਂਟਡ ਦੇ ਜਾਂ ਜਿਹੜੇ ਕੋਈ ਵੀ ਹੋਰ ਜਿਹੜਾ ਕੋਈ ਹੈਗਾ ਆ, ਉਹਨਾਂ ਦੇ ਗਾਂ ਬੱਚਿਆਂ ਨੂੰ ਜਿਹੜਾ ਸਿਟੀਜ਼ਨ ਦਾ ਜਿਹੜੀ ਚੀਜ਼ ਆ ਉਹ ਨਹੀਂ ਮਿਲੂਗੀ। ਬਹੁਤ ਜਿਹੜਾ ਕੈਂਪੇਨ ਦੇ ਦੌਰਾਨ ਵੀ ਜਿਹੜਾ ਰੌਲਾ ਪੈਂਦਾ ਸੀ ਐਂਕਰ ਬੇਬੀਜ਼ ਦਾ ਕਰਕੇ, ਜਿਹੜੇ ਰਾਸ਼ਟਰਪਤੀ ਟਰੰਪ ਆ ਇਹ ਜੰਮੇ ਹੋਏ ਨਿਆਣਿਆਂ ਨੂੰ ਇੱਕ ਜਿਹੜੇ ਸੰਗਲ ਦੇ ਵਾਂਗੂ ਕਹਿੰਦੇ ਆ, ਐਂਕਰ ਦੇ ਵਾਂਗੂ ਜਿਹੜੇ ਉਹ ਦੇਖਦੇ ਸੀਗੇ ਵੀ ਭਾਈ ਇਹ ਜਾਣ ਬੁੱਝ ਕੇ ਨਿਆਣਿਆਂ ਨੂੰ ਇੱਥੇ ਆ ਕੇ ਜੰਮਦੇ ਨੇ ਤਾਂ ਜੋ ਆਪ ਜਿਹੜੇ ਉਹ ਇੱਥੇ ਕਿਤੇ ਨਾ ਕਿਤੇ ਜਿਹੜੇ ਉਹ ਪੱਕੇ ਹੋ ਸਕਣ। ਸੋ ਉਸ ਚੀਜ਼ ਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਨੇ ਬਾਕੀ ਸਾਰਿਆਂ ਨੂੰ ਹੀ ਜਿਹੜਾ ਆ ਉਹ ਸੰਵਿਧਾਨ ਨੂੰ ਹੀ ਜਿਹੜਾ ਛਿੱਕੇ ਟੰਗਣ ਦੀ ਜਿਹੜੀ ਇਸ ਟਾਈਮ ਤਾਣੀ ਹੋਈ ਆ। ਸੋ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਸੰਵਿਧਾਨ ਨੂੰ ਚੇਂਜ ਕਰਨਾ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਜਿੰਨੇ ਵੀ ਸਿਆਸੀ ਅਤੇ ਜਿੰਨੇ ਵੀ ਜੁਡੀਸ਼ਰੀ ਦੇ ਮਾਹਰ ਨੇ ਉਹ ਕਹਿੰਦੇ ਆ ਉਹ ਨਾਮੁਮਕਿਨ ਆ। ਕਿਉਂਕਿ ਜੇ ਅੱਜ ਐਗਜ਼ੀਕਿਊਟਿਵ ਇਹ ਆਰਡਰ ਕਰਦੇ ਆ, ਇਹ ਤਾਂ ਹੈ ਨਹੀਂ ਵੀ ਸਾਰੀ ਉਮਰ ਇਹਨਾਂ ਨੇ ਜਿਹੜਾ ਰਾਸ਼ਟਰਪਤੀ ਬਣੇ ਰਹਿਣਾ ਹੈ ਅਤੇ ਜਾਂ ਇੱਕੋ ਹੀ ਪਾਰਟੀ ਦਾ ਜਿਹੜਾ ਰਾਜ ਆ ਉਹ ਸਾਰੀ ਉਮਰ ਜਿਹੜਾ ਉਹ ਚੱਲਦਾ ਰਹਿਣਾ ਆ। ਇੱਦਾਂ ਹੁੰਦਾ ਨਹੀਂ ਆ, ਚੇਂਜਸ ਜਿਹੜੇ ਆਉਂਦੇ ਰਹਿੰਦੇ ਆ, ਉਹ ਗਾਂਹ ਆ ਕੇ ਉਹਨਾਂ ਨੂੰ ਚੇਂਜ ਕਰ ਦੇਣਗੇ। ਪਰ ਉੱਥੋਂ ਤੱਕ ਨੌਬਤ ਆਉਣ ਤੋਂ ਪਹਿਲਾਂ ਜਿਹੜਾ ਸੁਪਰੀਮ ਕੋਰਟ 'ਚ ਜਿਹੜੀ ਗੱਲ ਆ ਉਹ ਜਾ ਸਕਦੀ ਆ। ਪਰ ਆਈ ਥਿੰਕ ਇਹ ਆਪਣੀ ਪਾਰਟੀ ਲਾਈਨ ਨੂੰ ਖੁਸ਼ ਕਰਨ ਦੇ ਲਈ, ਆਪਣੇ ਜਿਹੜੇ ਸਪੋਰਟਰਸ ਨੂੰ ਖੁਸ਼ ਕਰਨ ਦੇ ਲਈ
ਇਹ ਸੰਵਿਧਾਨ ਨੂੰ ਜਿਹੜਾ ਛਿੱਕੇ ਟੰਗਣਾ ਆਈ ਥਿੰਕ ਇਹ ਖਤਰਨਾਕ ਜਿਹੜੀ ਇੱਕ ਗੱਲ ਹੈਗੀ ਆ ਅਤੇ ਬਹੁਤ ਹੀ ਇੱਕ ਮਾੜੀ ਗੱਲ ਆ। ਤੇ ਦੂਸਰੇ ਪਾਸੇ ਜਿਹੜੇ 6-6 7-7 ਹਜ਼ਾਰ ਲੋਕਾਂ ਦਾ ਕਾਫਲਾ ਆ ਜਾਣਾ ਵੀ ਸਾਨੂੰ ਜੀ ਪੋਲੀਟੀਕਲ ਅਸਾਈਲਮ ਦਿਓ, ਨਿਆਣੇ ਵੀ ਨਾਲ ਹੀ ਆ, ਧੱਕੇ ਨਾ, ਉਹ ਵੀ ਜਿਹੜਾ ਇੱਕ ਤਰ੍ਹਾਂ ਨਾਲ ਗਲਤ ਆ। ਜਿਸ ਤਰ੍ਹਾਂ ਜਿੰਨੇ ਵੀ ਸਾਡੇ ਪ੍ਰੈਜ਼ੀਡੈਂਟ ਰਹੇ ਆ, ਚਾਹੇ ਉਹ ਪ੍ਰੈਜ਼ੀਡੈਂਟ ਕਲਿੰਟਨ ਸੀ, ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀ, ਉਹ ਵੀ ਇਸ ਇਲੀਗਲ ਇਮੀਗ੍ਰੇਸ਼ਨ ਦੇ ਉਲਟ ਸੀ। ਉਹਨਾਂ ਦੇ ਜਿਹੜੇ ਸਾਰੇ ਜਿਹੜੀਆਂ ਮੂਵੀਜ਼ ਪਈਆਂ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਇੰਟਰਵਿਊਜ਼ ਪਈਆਂ। ਸੋ ਲੀਗਲ ਇਮੀਗ੍ਰੇਸ਼ਨ ਜਿਹੜੀ ਵਧਾਉਣੀ ਚਾਹੀਦੀ ਆ, ਇਲੀਗਲ ਜਿਹੜੀ ਟੋਟਲੀ ਬੰਦ ਕਰਨੀ ਚਾਹੀਦੀ ਆ। ਚੈਂਬਰ ਆਫ ਕਮਰਸ ਦੇ ਜਿਹੜੇ ਪ੍ਰੈਜ਼ੀਡੈਂਟ ਟੌਮ ਡੋਨਹਿਊ ਆ, ਉਹ ਕਹਿੰਦੇ ਵੀ US ਦੇ ਵਿੱਚ ਅਨਪਲਾਇਮੈਂਟ ਇਸ ਵੇਲੇ 3.7% ਆ, ਤੇ ਕਹਿੰਦੇ ਸਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਵੇਂ ਇਮੀਗ੍ਰੈਂਟ ਚਾਹੀਦੇ ਕਿਉਂਕਿ ਕੰਮ ਹੀ ਨਹੀਂ ਲੱਭ ਰਹੇ। ਜਿਹੜੇ ਟੌਮ ਡੋਨਹਿਊ ਆ, ਇਹ ਕਹਿੰਦੇ ਵੀ ਮੈਂ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦਾ ਵੀ ਜਿਹੜਾ ਹੈੱਡ ਰਿਹਾ ਹੈਗਾ ਆ। ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਵਿੱਚ, ਲੌਂਗ ਹਾਲ ਟਰੱਕਿੰਗ ਇੰਡਸਟਰੀ ਦੇ ਵਿੱਚ 3 ਲੱਖ ਡਰਾਈਵਰਾਂ ਦੀ ਜ਼ਰੂਰਤ ਆ, ਤੇ ਉਹ ਕਿੱਥੋਂ ਲੈ ਕੇ ਆਉਣ? ਇਸ ਤਰ੍ਹਾਂ ਦੀਆਂ 15 ਹੋਰ ਇੰਡਸਟਰੀਆਂ USA ਦੇ ਵਿੱਚ ਜਿਨ੍ਹਾਂ ਨੂੰ ਲੋਕਾਂ ਦੀ ਜ਼ਰੂਰਤ ਹੈਗੀ ਆ। ਸੋ ਲੀਗਲ ਇਮੀਗ੍ਰੇਸ਼ਨ ਜਿਹੜੀ ਆ ਉਹ ਵਧਾਉਣੀ ਚਾਹੀਦੀ ਆ, ਤਾਂ ਕਿ ਨਾਲੇ ਉਹਦੇ 'ਚ ਵੈਟਿੰਗ ਹੁੰਦੀ ਆ, ਸਾਰਾ ਕੁਝ ਚੈੱਕ ਹੋ ਕੇ ਆਉਂਦਾ ਵੀ ਬੰਦੇ ਦੀ ਕਿਸੇ ਦੀ ਕੋਈ ਟੈਰਰਿਜ਼ਮ ਐਕਟੀਵਿਟੀ ਤਾਂ ਨਹੀਂ ਜਾਂ ਕੋਈ ਗਲਤ ਤਾਂ ਨਹੀਂ ਹੈਗਾ। ਪਰ ਜਦੋਂ ਇਲੀਗਲੀ ਐਂਟਰ ਹੁੰਦੇ ਆ, ਉਹਦੇ 'ਚ ਪਤਾ ਨਹੀਂ ਲੱਗਦਾ ਵੀ ਕਿਹੜਾ ਬੰਦਾ ਕਿਸ ਤਰ੍ਹਾਂ ਦਾ ਹੈਗਾ ਆ। ਜੀ ਬਿਲਕੁਲ, ਉਸ ਦੇ ਉੱਤੇ ਤਾਂ ਜ਼ਰੂਰ ਜਿਹੜੀ ਨੱਥ ਉਹ ਪੈਣੀ ਚਾਹੀਦੀ ਆ। ਅਤੇ ਜਿਹੜੀ ਆਪਾਂ ਬਾਰ-ਬਾਰ ਹਮੇਸ਼ਾ ਦੱਸਦੇ ਹਾਂ ਵੀ ਜੇ ਆંકੜਿਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੇ ਅਨਡਾਕੂਮੈਂਟਡ ਇਲੀਗਲ ਲੋਕ ਜਿਹੜੇ ਇੱਥੇ ਆਏ ਹੋਏ ਆ, ਅਕੋਰਡਿੰਗ ਟੂ ਡਾਟਾ, ਵੀ ਜਿਹੜੇ ਵਿਜ਼ਟਰ ਵੀਜ਼ੇ ਦੇ ਉੱਤੇ ਆਉਂਦੇ ਆ, ਲੀਗਲੀ ਜਿਹੜੇ ਇੱਥੇ ਪਹਿਲੋਂ ਮੁਲਕ ਦੇ ਵਿੱਚ ਦਾਖਲ ਹੁੰਦੇ ਆ, ਪਰ ਬਾਅਦ ਦੇ ਵਿੱਚ ਮੁੜ ਕੇ ਜਿਹੜੇ ਉੱਥੇ ਜਾਂਦੇ ਨਹੀਂ, ਓਵਰਸਟੇ ਵੀ ਕਰਦੇ ਆ, ਅਤੇ ਗਾਂਹ ਤੋਂ ਗਾਂਹ ਜਿਹੜੇ ਕੋਈ ਹੋਰ ਹੀਲੇ ਵਸੀਲੇ ਦੇ ਨਾਲ ਇੱਥੇ ਆਪਣੇ ਜਿਹੜੇ ਜੀਵਨ ਨੂੰ ਪੱਕਿਆਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੁੰਦੇ ਆ। ਉਸ ਦੇ ਮੁਤਲਕ ਜਿਹੜੇ ਸਰਹੱਦ ਪਾਰ ਕਰਕੇ ਕਰਨ ਵਾਲੇ ਜਿਹੜੇ ਉਹਦੇ ਮੁਤਲਕ ਆਈ ਥਿੰਕ 20% ਲੋਕ ਨੇ, 70% ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਨੇ ਜਿਹੜੇ ਪਹਿਲੋਂ ਲੀਗਲ ਢੰਗ ਦੇ ਨਾਲ ਇੱਥੇ ਆਏ ਹੋਏ ਸੀਗੇ। ਸੋ ਆਈ ਥਿੰਕ ਉੱਧਰ ਵੀ ਇਹਨਾਂ ਨੇ ਸਖਤੀ ਜਿਹੜੀ ਆ ਉਹ ਕਰਨੀ ਹੋਈ ਕਰਨੀ ਆ, ਅਤੇ ਕਰਨੀ ਚਾਹੀਦੀ ਵੀ ਆ। ਸੋ ਆਈ ਥਿੰਕ ਬਰਥ ਰਾਈਟ ਨੂੰ ਲੈ ਕੇ ਤਾਂ ਆਈ ਥਿੰਕ ਸੰਵਿਧਾਨ ਦੇ ਨਾਲ ਤਾਂ ਨਾ ਹੀ ਇਹ ਕਰਨ ਕੋਈ ਛੇੜਖਾਨੀ, ਤਾਂ ਚੰਗੀ ਗੱਲ ਆ, ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਜਿਹੜੀ ਉਹ ਪੁੱਠੀ ਵੀ ਜਿਹੜੀ ਕਿਤੇ ਨਾ ਕਿਤੇ ਸਿਆਸੀ ਤੌਰ ਦੇ ਉੱਤੇ ਜਿਹੜੀ ਆ ਉਹ ਪੈ ਸਕਦੀਆਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ। ਇਹ ਬਿਲਕੁਲ ਉਹਨਾਂ ਨੇ ਉਸ ਟਾਈਮ ਦੇ ਉੱਤੇ ਗੱਲ ਜਿਹੜੀ ਚਲਾਈ ਆ ਜਦੋਂ ਹੁਣ ਮਿਡ ਟਰਮ ਇਲੈਕਸ਼ਨ ਬਿਲਕੁਲ ਲੱਗੇ ਆ, ਉਹਨਾਂ ਨੂੰ ਸ਼ਾਇਦ ਇਹ ਵੀ ਲੱਗ ਰਿਹਾ ਹੋਵੇ ਵੀ ਉਹਨਾਂ ਦੀ ਸਪੋਰਟ ਕਿਤੇ ਨਾ ਕਿਤੇ ਉਹਨਾਂ ਦੇ ਵੋਟਰ ਬੇਸ ਦੇ ਵਿੱਚ ਜਿਹੜੀ ਡਾਊਨ ਜਾ ਰਹੀ ਆ, ਵੀ ਉਸ ਨੂੰ ਆਪਾਂ ਕਿੱਦਾਂ ਬੂਸਟ ਕਰਨਾ ਆ, ਤੇ ਆਪਾਂ ਇੱਦਾਂ ਦੀ ਇੱਕ ਸ਼ੁਰਲੀ ਜਿਹੜੀ ਛੱਡ ਕੇ ਦੇਖਦੇ ਹਾਂ। ਇੱਕ ਕਾਲਰ ਆਪਣੇ ਨਾਲ ਜੁੜੇ ਨੇ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਰਦਿਆਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਉਹ ਬੰਦਾ 22 ਸਾਲ ਦਾ 21 ਸਾਲ ਦਾ ਲਾਇਸੈਂਸ ਮਿਲਦਾ, ਮਤਲਬ ਉਹ ਕਿੱਦਾਂ ਮਤਲਬ ਏਡੀ ਜਲਦੀ ਕੰਮ 'ਚ ਪੈ ਗਿਆ। ਦੂਜੀ ਗੱਲ ਹੈਗੀ ਆ, ਲੋਕੀ ਕਈ ਵਾਰ ਮਿਹਣੇ ਮਾਰਦੇ ਸੀ, ਇੰਡੀਆ ਵੀ ਟਰੱਕ ਚਲਾਇਆ 20 ਸਾਲ, ਉੱਥੇ ਵੀ ਮਤਲਬ ਅਸੀਂ ਦੋ ਭਰਾ ਸੀਗੇ ਹਨਾ, ਤੇ ਸਾਡੇ ਨਾਲ ਇੱਕ ਬੰਦਾ ਹੋਰ ਸੀ ਘਰਾਂ ਚੋਂ, ਤੇ ਉਹ ਵੀ ਟਰੱਕ ਚਲਾਉਂਦਾ ਸੀਗਾ, ਉਹਨੇ ਵਧੀਆ ਮਕਾਨ ਮਕੂਨ ਪਾਏ ਹਨਾ। ਸਾਨੂੰ ਘਰ ਦੇ ਕਹਿਣੇ ਲੈ ਉਹ ਵੀ ਟਰੱਕ ਚਲਾਉਂਦਾ ਆ, ਤੇ ਤੁਸੀਂ ਕੀ ਕਰਦੇ ਹਨ? ਤੇ ਬਾਅਦ ਪਤਾ ਲੱਗਾ ਸ਼ਾਇਦ ਕਿ ਮੇਰੇ ਡੋਡਿਆ ਟਰੱਕ ਫੜਿਆ ਗਿਆ ਉਹਦਾ। ਐਵੇਂ ਨਹੀਂ ਮਕਾਨ ਪੈ ਗਿਆ ਉਦੋਂ ਫਿਰ। ਹਾਂਜੀ, ਮਤਲਬ ਬੰਦੇ ਨੂੰ ਸੋਚਣਾ ਚਾਹੀਦਾ ਆਪਣੇ ਧੰਨਵਾਦ ਜੀ, ਧੰਨਵਾਦ, ਥੈਂਕ ਯੂ ਹਰਦਿਆਲ ਵੀਰ ਜੀ। ਬਿਲਕੁਲ ਜੀ। ਇੱਕ ਤਾਂ ਬ੍ਰੇਕ ਦੇ ਦੌਰਾਨ ਸਾਨੂੰ ਕਾਲ ਆਈ ਸੀਗੀ, ਕਹਿੰਦੇ ਵੀ ਉਹ ਜਾ ਰਹੇ ਸੀਗੇ ਆਈ ਥਿੰਕ BC ਵੱਲ ਨੂੰ ਹੀ ਜਾਣਾ ਸੀਗਾ, ਅਤੇ ਕਹਿੰਦੇ ਵੀ ਜਦੋਂ ਮੇਰਾ ਖਾਲੀ ਉੱਦਾਂ ਟਰੱਕ ਸੀ, ਕਹਿੰਦੇ ਇੰਨੀ ਜ਼ਿਆਦਾ ਚੈਕਿੰਗ ਕੀਤੀ, 2-3 ਘੰਟੇ ਜਿਹੜੇ ਉਹਨਾਂ ਨੇ ਪੋਰਟ ਦੇ ਉੱਤੇ ਮੇਰੀ ਇਕੱਲੀ ਚੈਕਿੰਗ ਦੇ ਉੱਤੇ ਹੀ ਜਿਹੜੇ ਇਸੇ ਕਰਕੇ ਲਾਏ, ਕਿਉਂਕਿ ਰੀਸੈਂਟਲੀ ਜਿਹੜੇ ਆ ਇੱਦਾਂ ਦੀਆਂ ਜਿਹੜੀਆਂ ਖਬਰਾਂ ਆਪਾਂ ਦੇਖੀਆਂ ਵੀ ਆਪਣੇ ਜਿਹੜੇ ਜਿਨ੍ਹਾਂ ਦੇ ਨਾਲ ਸਿੰਘ ਜਾਂ ਜਿਹੜੇ ਉਹ ਪੰਜਾਬੀ ਕਮਿਊਨਿਟੀ ਵਾਲੇ ਆ, ਉਹ ਜਿਹੜੇ ਆ ਇੱਦਾਂ ਦੇ ਕੰਮਾਂ ਦੇ ਵਿੱਚ ਫੜੇ ਗਏ ਆ। ਸੋ ਬਹੁਤ ਜ਼ਿਆਦਾ ਜਿਹੜਾ ਹੁਣ ਜਿਹੜੇ ਕਹਿ ਲਓ ਵੀ ਬਾਹਰਲੇ ਲੋਕ ਆ ਉਹ ਇਸ ਚੀਜ਼ ਦੇ ਪ੍ਰਤੀ ਸ਼ੱਕ ਜਿਹੜਾ ਕਰਦੇ ਨੇ। ਅਤੇ ਇੱਕ ਚੀਜ਼ ਹੋਰ ਹੈ ਇਸ ਚੀਜ਼ ਦੇ ਵਿੱਚ ਨਾਲ ਹੀ ਹਰਜੋਤ ਸਿੰਘ ਜੀ, ਵੀ ਲੋਕਾਂ ਨੂੰ ਜਿਹੜੇ ਅਜਿਹੇ ਲੋਕਾਂ ਦੇ ਇਰਦ ਗਿਰਦ ਹੈਗੇ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਆ ਐਜ਼ ਏ ਕਮਿਊਨਿਟੀ। ਉਹਨਾਂ ਨੂੰ ਜਿਹੜੇ ਲੋਕ ਅੱਗੇ ਆ ਕੇ ਇਸ ਦੇ ਬਾਰੇ ਦੱਸ ਰਹੇ ਨੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ, ਅਤੇ ਇਸ ਚੀਜ਼ ਨੂੰ ਸੁਧਾਰ ਕਰਨ ਦੇ ਲਈ ਜਿਹੜਾ ਕਿੱਦਾਂ ਹੋਣਾ ਚਾਹੀਦਾ ਆ। ਇੱਕ ਜਿਹੜੀ ਆਪਣੀ ਕਮਿਊਨਿਟੀ ਇਹ ਚੀਜ਼ ਜਿਹੜੀ ਇਹਦੇ ਵਿੱਚ ਪ੍ਰੋਬਲਮ ਆ, ਇਸ ਦੇ ਵਿੱਚ ਕੋਈ ਦੋ ਰਾਮਾ ਨਹੀਂ। ਆਪਾਂ ਜਦੋਂ ਵੀ ਕੋਈ ਕਿਸੇ ਜਗ੍ਹਾ ਦੇ ਉੱਤੇ ਇੱਦਾਂ ਦੀ ਹੁੰਦੀ, ਆਪਾਂ ਕਰਦੇ ਹਾਂ ਵੀ ਕਾਰਪਟ ਥੱਲੇ ਮਿੱਟੀ ਜਿਹੜੀ ਇਕੱਠੀ ਜਿਹੜੀ ਕਰ ਦਈਏ, ਐਕਸਪੋਜ਼ ਜਿਹੜਾ ਆ ਉਹ ਨਾ ਹੋ ਜਾਵੇ ਵੀ ਆਪਣੀ ਬਹੁਤ ਜ਼ਿਆਦਾ ਜਿਹੜੀ ਬਦਨਾਮੀ ਜਿਹੜੀ ਕਿਤੇ ਹੋ ਜਾਣੀ ਆ, ਕੋਈ ਪਰਿਵਾਰ ਵਾਲਾ ਜਿਹੜਾ ਅੱਗੇ ਨਹੀਂ ਆਉਂਦਾ। ਪਰ ਆਈ ਥਿੰਕ ਪਹਿਲਾ ਕਦਮ ਇਸ ਚੀਜ਼ ਦੇ ਵਿੱਚ ਇਹੀ ਆ ਵੀ ਜਿਸ ਦੇ ਨਾਲ ਜਾਂ ਇਰਦ ਗਿਰਦ ਇਹਦੇ ਕੁਛ ਹੋ ਰਿਹਾ ਆ, ਉਹਨਾਂ ਨੂੰ ਉਹ ਅੱਗੇ ਆਉਣ,
ਤੇ ਉਹ ਅੱਗੇ ਵਿਚਾਰੇ ਤਾਂ ਹੀ ਆਉਣਗੇ ਜੇ ਅੱਗੋਂ ਕਮਿਊਨਿਟੀ ਵੱਲੋਂ ਜਿਹੜੀ ਸਪੋਰਟ ਮਿਲੂਗੀ। ਨਹੀਂ ਤਾਂ ਰਾਦਰ ਦੈਨ ਉਂਗਲੀਆਂ ਚੱਕਣ ਦੀ ਬਜਾਏ ਉਹਨਾਂ ਨੂੰ ਗੱਲ ਨਾਲ ਲਾ ਕੇ ਉਹਨਾਂ ਦੀ ਮਦਦ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ ਵੀ ਐਟਲੀਸਟ ਇਹਨਾਂ ਨੇ ਹੌਸਲਾ ਕਰਕੇ ਜਿਹੜੇ ਅੱਗੇ ਆਏ ਆ ਵੀ ਇਹ ਚੀਜ਼ਾਂ ਨੂੰ ਜਿਹੜਾ ਉਹ ਕਿੱਦਾਂ ਆਪਾਂ ਰੋਕਿਆ ਜਾ ਸਕਦਾ ਆ। ਜੀ ਬਿਲਕੁਲ, ਚਾਹੇ ਉਹ ਖੁਦ ਨਸ਼ੇ ਕਰਨ ਵਾਲਾ ਹੋਵੇ ਤੇ ਚਾਹੇ ਕੋਈ ਇੱਦਾਂ ਦਾ ਜਿਹੜਾ ਕੰਮ ਆ ਇਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੋਵੇ। ਜੀ ਜੀ ਸੋ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਸੀ। ਜਿਸ ਤਰ੍ਹਾਂ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਇਹ ਵੇਵ ਚਲਾਈ ਹੋਈ ਆ ਵੀ ਕਿਸ ਤਰ੍ਹਾਂ ਜਿਹੜੇ ਇਲੀਗਲ ਐਂਟਰ ਹੋ ਰਹੇ ਹੈਗੇ ਆ, ਤੇ ਦੂਜੇ ਪਾਸੇ ਜਿਹੜੇ ਡੈਮੋਕ੍ਰੇਟ ਆ ਉਹ ਵੀ ਘੱਟ ਨਹੀਂ ਹੈਗੇ, ਕਿਉਂਕਿ ਦੋਨਾਂ ਪਾਰਟੀਆਂ ਦਾ ਪੂਰਾ ਕਸੂਰ ਆ। ਦੋਨੋਂ ਪਾਰਟੀਆਂ ਨੇ ਰਲ ਕੇ ਇਮੀਗ੍ਰੇਸ਼ਨ ਇਸ਼ੂ ਤੇ ਕੋਈ ਕੰਮ ਨਹੀਂ ਕੀਤਾ ਪਿਛਲੇ 15-20 ਸਾਲਾਂ 'ਚ। ਜਿਹੜੇ ਪ੍ਰੈਜ਼ੀਡੈਂਟ ਰੀਗਨ ਆ ਉਹਨਾਂ ਤੋਂ ਬਾਅਦ ਕਿਸੇ ਵੀ ਪ੍ਰੈਜ਼ੀਡੈਂਟ ਨੇ ਇਹ ਤੇ ਵਰਕਆਊਟ ਨਹੀਂ ਕੀਤਾ ਵੀ ਆਪਾਂ ਇਲੀਗਲ ਇਮੀਗ੍ਰੇਸ਼ਨ ਕਿਸ ਤਰ੍ਹਾਂ ਰੋਕੀਏ। ਸੋ ਜੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਡੋਨਲਡ ਟਰੰਪ ਉਹ ਆਪਣੇ ਬੇਸ ਨੂੰ ਸਟਰੋਂਗ ਕਰ ਰਹੇ ਆ ਵੀ ਨਹੀਂ ਜੀ ਮੈਂ ਤਾਂ ਇੱਦਾਂ ਦੇ ਜਿਹੜੇ ਇੱਕ ਤਰ੍ਹਾਂ ਨਾਲ ਕਾਨੂੰਨ ਲੈ ਕੇ ਆ ਰਹੇ ਆ ਵੀ ਜਿਹਦੇ ਨਾਲ ਇਮੀਗ੍ਰੇਸ਼ਨ ਬੰਦ ਹੋਊਗੀ, ਤੇ ਦੂਜੇ ਪਾਸੇ ਡੈਮੋਕ੍ਰੇਟ ਜਿਹੜੇ ਆ ਉਹਨਾਂ ਨੂੰ ਇਹ ਆਸ ਆ ਵੀ ਇਹ ਜਿਹੜੇ ਸਪੈਨਿਸ਼ ਮੂਲ ਦੇ ਲੋਕ ਹੈਗੇ ਹਿਸਪੈਨਿਕ, ਉਹ ਵੱਡੀ ਗਿਣਤੀ 'ਚ ਡੈਮੋਕ੍ਰੇਟਾਂ ਨੂੰ ਵੋਟ ਪਾਉਣਗੇ। ਪਰ ਮੈਂ ਕਈ ਆਰਟੀਕਲ ਪੜ੍ਹ ਰਿਹਾ ਸੀ, ਜਿਹੜੇ ਕਈ ਸਪੈਨਿਸ਼ ਲੋਕ ਆ ਉਹ ਵੀ ਬਹੁਤ ਅਪਸੈਟ ਆ, ਕਿਉਂਕਿ ਉਹਨਾਂ ਦੇ ਜਿਹੜੇ ਵੇਟਿੰਗ ਪੀਰੀਅਡ ਆ ਉਹਨਾਂ ਦੇ ਪੇਰੈਂਟਸ ਦੇ ਲਈ, ਉਹਨਾਂ ਦੇ ਹਸਬੈਂਡ ਵਾਈਫ ਲਈ ਜੇ ਉਹ ਮੈਕਸੀਕੋ ਜਾਂ ਸੈਂਟਰਲ ਅਮਰੀਕਾ 'ਚ ਵਿਆਹ ਕਰਾਉਂਦੇ ਤੇ ਸਾਲਾਂ ਬੱਧੀ ਵੇਟਿੰਗ ਪੀਰੀਅਡ ਆ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਆ ਤੇ ਉਹ ਜਿਹੜਾ ਲੀਗਲ ਇਮੀਗ੍ਰੇਸ਼ਨ ਆ ਉਹਨੂੰ ਇੰਨਾ ਜ਼ਿਆਦਾ ਜਿੱਦਾਂ ਸਖਤ ਕਰ ਦਿੱਤਾ ਗਿਆ ਵੀ ਟਾਈਮ ਜਿਹੜਾ ਵੱਧਦਾ ਹੀ ਜਾ ਰਿਹਾ। ਚਾਹੇ ਤੁਸੀਂ ਸਿਟੀਜ਼ਨ ਬਣਨਾ ਆ, ਚਾਹੇ ਤੁਸੀਂ ਲੀਗਲੀ ਆਪਣੇ ਸਪਾਊਜ਼ਸ ਨੂੰ, ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਇੱਥੇ ਮੰਗਾਉਣਾ ਹੈਗਾ ਆ। ਜੀ ਜੀ ਬਿਲਕੁਲ। ਸੋ ਤੁਸੀਂ ਗੱਲ ਹੀ ਕਰਦੇ ਸੀਗੇ ਡੇਟਸ ਦੀ ਵੀ ਬਹੁਤ ਸਮਾਂ ਲੱਗਦਾ। ਸੋ ਵੀਜ਼ਾ ਬੁਲੇਟਿਨ ਜਿਹੜੀ ਨਵੰਬਰ ਦੀ ਚੱਲ ਰਹੀ ਆ ਉਸ ਦੇ ਬਾਰੇ ਜੇ ਇੱਕ ਵਾਰੀ ਫਿਰ ਆਪਾਂ ਜਾਣਕਾਰੀ ਦਿੰਦੇ ਜਾਈਏ ਵੀ ਜਿਹੜਾ F1 ਜਿਹੜੀ ਕੈਟੇਗਰੀ ਹੁੰਦੀ ਹੈ, ਜਿਹੜੀ ਫੈਮਿਲੀ ਸਪੋਂਸਰਡ F1 ਹੁੰਦੀ ਆ, ਅਣਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨਸ ਦੇ, ਅਤੇ ਉਸੇ ਤਰੀਕੇ ਨਾਲ ਸਪਾਊਜ਼ਿਜ਼, ਚਿਲਡਰਨ ਅਤੇ ਅਨਮੈਰਿਡ ਸਨਸ ਐਂਡ ਡਾਟਰਸ ਆਫ ਪਰਮਾਨੈਂਟ ਰੈਜ਼ੀਡੈਂਟਸ, ਇਹ ਜਿਹੜੀ F1 ਕੈਟੇਗਰੀ 'ਚ ਆਉਂਦੇ ਆ, ਉਹਨਾਂ ਦੀ ਜਿਹੜੀ ਤਰੀਕ ਇੰਡੀਆ ਵਾਲਿਆਂ ਦੇ ਲਈ 8 ਮਾਰਚ ਤੇ 2012 ਜਿਹੜੀ ਚੱਲ ਰਹੀ ਆ। ਜਿਹੜੀ F2A ਕੈਟੇਗਰੀ ਆਉਂਦੀ ਆ ਉਹ ਪਰਮਾਨੈਂਟ ਰੈਜ਼ੀਡੈਂਟਸ ਦੇ ਸਪਾਊਜ਼ਿਜ਼ ਅਤੇ ਜਿਹੜੇ ਚਿਲਡਰਨ ਹੁੰਦੇ ਨੇ ਉਹਨਾਂ ਦੇ ਲਈ ਜਿਹੜੀ ਡੇਟ ਆ ਉਹ ਇਸ ਟਾਈਮ 1 ਦਸੰਬਰ 2017 ਜਿਹੜੀ ਆ ਉਹ ਚੱਲ ਰਹੀ ਆ। F2B ਜਿਹੜੀ ਕੈਟੇਗਰੀ ਆ, ਜਿਹੜੇ ਅਣਵਿਆਹੇ ਮੁੰਡੇ ਕੁੜੀਆਂ ਆ ਪਰਮਾਨੈਂਟ ਰੈਜ਼ੀਡੈਂਟਸ ਦੀ, ਜਿਨ੍ਹਾਂ ਦੀ ਉਮਰ 21 ਸਾਲ ਜਾਂ ਉਸ ਤੋਂ ਵਧੇਰੇ ਹੈਗੀ ਆ, ਉਹਨਾਂ ਦੇ ਲਈ ਜਿਹੜੀ ਤਰੀਕ ਆ 22 ਮਾਰਚ 2014 ਜਿਹੜੀ ਆ ਉਹ ਚੱਲ ਰਹੀ ਆ। ਇਸੇ ਤਰੀਕੇ ਦੇ ਨਾਲ ਜਿਹੜੀ F3 ਕੈਟੇਗਰੀ ਆ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ ਜਿਹੜੇ ਆ ਉਹਨਾਂ ਦੇ ਲਈ ਜਿਹੜੀ ਤਰੀਕ ਹੈ ਇਸ ਟਾਈਮ 8 ਜਨਵਰੀ 2007, ਅਤੇ ਜਿਹੜਾ ਭਰਾ ਭੈਣ ਜਿਹੜੇ US ਸਿਟੀਜ਼ਨਸ ਦੇ ਹੈਗੇ F4 ਕੈਟੇਗਰੀ, ਉਹਨਾਂ ਦੇ ਲਈ ਤਰੀਕ ਜਿਹੜੀ 1 ਜਨਵਰੀ 2005 ਜਿਹੜੀ ਇਸ ਟਾਈਮ ਚੱਲ ਰਹੀ ਆ। ਸੋ ਕਈ ਦਹਾਕਿਆਂ ਬੱਧੀ ਦਾ ਜਿਹੜਾ ਆ ਇਸ ਦੇ ਵਿੱਚ ਵੇਟਿੰਗ ਪੀਰੀਅਡ ਚੱਲ ਰਿਹਾ ਹੈਗਾ ਆ। ਅਤੇ ਜੇ ਮੈਕਸੀਕੋ ਦੀ ਇਸੇ ਦੀ ਨਜ਼ਰ ਮਾਰੀਏ ਤਾਂ 1998 ਸਨ ਚੱਲ ਰਿਹਾ ਆ। ਦੇਖੋ ਉੱਥੇ ਕਿੰਨਾ ਜਿਹੜਾ ਜ਼ਿਆਦਾ ਆ। ਫਿਲੀਪੀਨਸ ਦੇ ਵਿੱਚ 1996 ਚੱਲ ਰਿਹਾ ਆ। ਸੋ ਚੰਗਾ ਜਿਹੜਾ ਆ ਇਹ। ਸੋ ਦੇਖੋ ਤੁਸੀਂ ਇਹ ਦੇਖੋ ਵੀ ਸਪੈਸ਼ਲ ਇਹਨਾਂ ਨੇ 4 ਮੁਲਕਾਂ ਦੇ ਲਈ ਵੀਜ਼ਾ ਬੁਲੇਟਿਨ ਜਿਹੜਾ ਉਹ ਕੱਢਦੇ ਨੇ, ਚਾਈਨਾ, ਇੰਡੀਆ, ਮੈਕਸੀਕੋ ਅਤੇ ਫਿਲੀਪੀਨਸ, ਜਿੱਥੋਂ ਬਹੁਤ ਭਰਮਾਰ ਦੇ ਵਿੱਚ ਜਿਹੜੇ ਲੋਕ ਆ ਮਾਈਗ੍ਰੈਂਟ ਜਿਹੜੇ ਆ ਉਹ ਪਹਿਲੋਂ ਵੀ ਹੋਏ ਆ ਅਤੇ ਲਗਾਤਾਰ ਹੋ ਵੀ ਰਹੇ ਨੇ। ਜੀ ਜੀ, ਤੇ ਸਾਡਾ ਸਮਾਂ ਵੀ ਸਮਾਪਤ ਹੀ ਆ। ਬਿਲਕੁਲ ਜੀ। ਸੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਜਿਹੜਾ ਆ ਉਹ ਆਪਾਂ ਸਮਾਪਤ ਕਰਾਂਗੇ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਉਹਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield